ਹਾਜ਼ਰ ਹੈ ਜੱਜ ਦਾ ਵਿਚਾਰ। सत श्री अकाल जी, प्राइम एशिया टीवी ते तुहाडा सारिआं दा स्वागत है। हर रोज़ की तरह चाय दा विचार प्रोग्राम लैके असीं हाज़र हां। मैं हरमन थिंद ते मेरे नाल ने स्वरण सिंह टैणा। सत श्री अकाल जी। सत श्री अकाल टैणा साहब, की हाल चाल? बहुत वधिया, चढ़दी कला। टैणा साहब, मौसम किवें है? मौसम गर्म हो गया भाई, एकदम फिर गर्मी ने जोर फड़ लिया। पिछले 2-3 दिनों तो पंजाब दे विच कड़ाके दी धुप्प पै रही है जी, पूरी तिखी। पर पखे दी जिहड़ी हवा है वो थोड़ी जी बदली बदली नहीं लग रही? किवें? मतलब फिर भी जिद्दां अक्सर आपां वेखदे ना महीने दे विच जिहड़ी हवा है वो बहुत गर्म हुंदी है, पखे वाली हवा। पर जो पिछले दिनी मौसम तब्दील होया सी उस तो बाद च थोड़ी जी ठंडी हवा आउंदी है। कोई गल नहीं, थोड़ा जिहा सबर करो, हाले किहड़ा गर्मी मुक गई है। हाँ, ओनी अगे नूं चली जाऊगी। तुहाडा तत्ती हवा लैण वाला चाह पूरा करूगी। वो चाह नहीं सी, शुक्र सी कि नहीं आ रही तत्ती हवा। अच्छा, हाँ। होर सुनाओ टैणा साहब। मैं तो ठीक हाँ जी। ते आपां चाय दे विचार दी सांझ पा देखो, जदों मैं आया उदों बिल्कुल सड़कां भरीआं सी ते मैं लभी गया भी करफ्यू कित्थे आ, मैं लभ्या विचों लॉकडाउन कित्थे आ। शनिवार ते ऐतवार नूं भी पंजाब दे विच शहरां दे विच खास करके भीड़ भड़का कई थावां दे उत्ते हुंदा ते मैं इस गल दे उत्ते हैरान जरूर हुन्ना भी जदों दुकानां सारियां बंद आ ते फिर आपां की लैण चले आ। वो भी एक मोटरसाइकिल दे उत्ते 3-3 जाणे, वो भी कार दे विच 4-4 5-5 जाणे। सो भाई लोड़ इस वक्त जिहड़ी चीज़ दी हैगी आ वो कल्ला बंदा भी जाके लिया सकदा। ਆਪਾਂ ਬਾੜੀ ਮਟਰ ਗਸ਼ਤੀ ਕਰਨੀ ਛੱਡ ਗਏ। ਆਪਾਂ ਨਾ ਅੱਧਾ ਕਿਤਾਬ ਭੀੜ ਭੜੱਕਾ ਇਸੇ ਕਰਕੇ ਕਰਦੇ ਨੇ ਵੀ ਬਾਹਰ ਹੈ ਕੌਣ ਕੌਣ ਵੇਖ ਕੇ ਆਉਨੇ ਆ ਮਾੜੀ ਜੀ ਮਟਰ ਗਸ਼ਤੀ ਜੀ ਕਰੇ ਅੱਗੇ ਵੇਖ ਕੇ ਆਉਨੇ ਵੀ ਫਲਾਣਾ ਹੈ ਕਿ ਨਹੀਂ, ਬਾਜ਼ਾਰ ਦੇ ਵਿੱਚ ਪੁਲਿਸ ਵਾਲੇ ਖੜੇ ਕਿ ਨਹੀਂ, ਵੀ ਆਪਾਂ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦਾ ਬਚਾਅ ਕਰੀਏ। देखो टैणा साहब, गल ये है कि ना सुखी संदी घर दे विच बहना भी सानू औखा लगदा है। ठीक है, मैं मानदी हां बहुत सारे लोग कहणगे कि जिहड़ा गरीब बंदा वो कित्थे जावे, उहने जो कमाउणा सो खाना, ये वो। पर गल ये है कि शनि ऐतवार तां हुंदा ही पूरा लॉकडाउन। नहीं, ये गल सच्ची है भी सरकारां नलायक आ जी। ये गल सच्ची है भी सरकारां ने कदे भी गरीब बंदे बारे, दरमियाने बंदे बारे सोचा नहीं ते वड्डियां बारे सोचिया। बिल्कुल सही। पर गल ये है भी जदों हुण सब कुछ बंद आ, ਜਦੋਂ ਕੰਮ ਧੰਦੇ ਸਾਰੇ ਬੰਦ ਹੋਏ ਪਏ ਆ ਤੇ ਫਿਰ ਭਾਵੇਂ ਗਰੀਬ ਹੋਵੇ ਤੇ ਭਾਵੇਂ ਅਮੀਰ ਹੋਵੇ ਉਹ ਸੜਕ ਦੇ ਉੱਤੇ ਤੁਰਿਆ ਜਾਊਗਾ, ਉਹਦੇ ਨਾਲ ਕੀ ਫਰਕ ਪੈਣਾ? ਨਾਲੇ ਕਰੋਨਾ ਨੇ ਨਹੀਂ ਦੇਖਣਾ ਕਿ ਕੋਈ ਗਰੀਬ ਆ ਕਿ ਅਮੀਰ ਆ ਜਾਂ ਦਰਮਿਆਨਾ ਹੈ। ਕਰੋਨਾ ਤਾਂ ਆਪਾਂ ਉਹਨੂੰ ਇੱਕ ਵਾਇਰਸ ਹੀ ਸਮਝੀਏ। ਭਾਵੇਂ ਬਹੁਤ ਸਾਰੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਸਾਡੇ ਮੁਲਕ ਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਇੱਕ ਜੀਵ ਹੈ, ਇਹਨੂੰ ਜਿਉਣ ਦਾ ਹੱਕ ਹੈ ਤੇ ਜਿਉਣ ਦਿਓ। ਉੱਤਰਾਖੰਡ ਦੇ ਮੁੱਖ ਮੰਤਰੀ ਸਾਬਕਾ ਜਿਹੜੇ ਤਰਵਿੰਦਰ ਸਿੰਘ ਰਾਵਤ, ਇਹ ਉਹਨਾਂ ਵੱਲੋਂ ਕੀਤੀ ਗਈ ਖੋਜ ਆ। ਬਿਲਕੁਲ ਸਹੀ ਗੱਲ ਹੈ। ਸੋ ਉਹ ਭਾਵੇਂ ਕਹਿੰਦੇ ਨੇ ਕਿ ਇਦਾਂ ਹੈ ਉਹਦਾ, ਪਰ ਇਹ ਇੱਕ ਵਾਇਰਸ ਹੈ ਜਿਹਦੇ ਤੋਂ ਆਪਣਾ छुटकारा ही चंगा है, इनू कोई जीवन दा हक नहीं है। ਜਿਹੜੇ ਨਵੇਂ ਆ ਨਾ बीजेपी ਦੇ ਕੁਝ ਕੁ ਮੰਤਰੀ, ਉਹਨਾਂ ਨੇ ਜਿਸ ਤਰੀਕੇ ਦੀਆਂ ਖੋਜਾਂ ਕੀਤੀਆਂ ਉਹਦੇ ਤੋਂ ਬਾਅਦ ਮੈਂ ਅੱਜ ਪੜ੍ਹਿਆ, ਕਹਿੰਦੇ ਵੀ ਇੱਕ ਸੀ ਥਾਮਸ ਐਡੀਸਨ ਜਿਹਨੇ ਕਿ ਦੀਵੇ ਨੂੰ ਫੂਕ ਮਾਰ ਕੇ ਤੇ ਬਲਬ ਜਗਾਤਾ, ਤੇ ਇੱਕ ਅੱਜ ਦੇ ਵਿਗਿਆਨੀ ਜਿਹੜੇ ਆਪੇ ਬਣੇ ਆ ਇਹਨਾਂ ਨੇ ਬਲਬ ਨੂੰ ਬੁਝਾ ਕੇ ਬਲਬ ਨੂੰ ਫਿਊਜ਼ ਕਰਕੇ ਤੇ ਬਾਅਦ ਵਿੱਚ ਦੀਵਾ ਜਗਾਤਾ। ਕਹਿੰਦੇ ਕਰੋਨਾ ਐਂ ਭੱਜ ਜਾਂਦਾ। ਬਿਲਕੁਲ ਸਹੀ ਹੈ। ਇਹ ਪਤਾ ਨਹੀਂ ਉੱਤਰਾਖੰਡ ਦੀ ਕਿਸਮਤ ਕਿਹੋ ਜਿਹੀ ਹੈ, ਇਹਨੂੰ ਹਰ ਵਾਰੀ ਮੁੱਖ ਮੰਤਰੀ ਇਹੋ ਜਿਹਾ ਹੀ ਮਿਲਦਾ। ਬਸ ਐਂ ਹੀ ਆ। ਚਲੋ ਖੈਰ, ਆਪਾਂ ਗੱਲ ਕਰ ਰਹੇ ਸੀ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖੋ ਵੱਖਰੀਆਂ ਚੀਜ਼ਾਂ। ਕਿਸੇ ਥਾਂ ਦੇ ਉੱਤੇ ਕੁਝ ਗੱਲ ਹੁੰਦੀ ਆ, ਕਿਸੇ ਥਾਂ ਤੇ ਸੀਤਾਫਲ ਲੱਭੇ ਜਾਂਦੇ ਆ, ਕਿਸੇ ਥਾਂ ਤੇ ਚੀਕੂ ਦਾ ਰੌਲਾ ਪੈਂਦਾ। ਜੀ, ਮੈਂ ਸੁਣਿਆ ਰਾਤੋਂ ਰਾਤ ਭਾਅ ਬਹੁਤ ਵੱਧ ਗਏ। ਤੇ ਬਿਲਕੁਲ ਵਧਣੇ ਹੀ ਸੀਗੇ, ਮੰਗ ਬਹੁਤ ਹੈ, ਵੱਧ ਜਾਂਦੀ ਆ। ਸਮਝਿਆ ਕਰੋ ਤੁਸੀਂ ਜੀ। ਬਿਲਕੁਲ। ਪਰ ਚੱਜ ਦਾ ਵਿਚਾਰ ਮੇਰਾ ਇਹ ਆ ਵੀ ਜਿੱਥੇ ਦੋਸਤ ਹੋਣ ਚੰਗੇ ਉੱਥੇ ਸੰਵਾਦ ਹੁੰਦਾ। ਵਾਹ। ਜਿੱਥੇ ਦੋਸਤ ਹੋਣ ਚੰਗੇ ਉੱਥੇ ਸੰਵਾਦ ਹੁੰਦਾ, ਤੇ ਜਿੱਥੇ ਹੁਣ ਮੂਰਖ ਉੱਥੇ ਵਿਵਾਦ ਹੁੰਦਾ। ਆਹਾ, ਇਹ ਬਹੁਤੀਆਂ ਥਾਵਾਂ ਤੇ ਹੁੰਦਾ। क्या बात है। ਤੇ ਜਿਹੜਾ ਮੈਂ ਚਾਹੀਦਾ ਵਿਚਾਰ ਟੈਣਾ ਸਾਹਿਬ ਲੈ ਕੇ ਆਈਆਂ ਸੁਣ ਕੇ ਖੁਸ਼ ਹੋ ਜਾਓਗੇ। ਕਹਿੰਦੇ ਕਿ ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ ਬੋਲਣ ਵਾਲਿਆਂ ਤੋਂ ਵੀ ਸੋਸ਼ਲ ਡਿਸਟੈਂਸਿੰਗ ਰੱਖੋ। ਸਰੀਰਕ ਦੂਰੀ। ਇੱਥੇ ਸਰੀਰਕ ਨਹੀਂ, ਸਮਾਜਿਕ ਦੂਰੀ। ਨਹੀਂ, ਸਮਾਜਿਕ ਤਾਂ ਬਾਲੀਆਂ ਵੰਡੀਆਂ ਪਹਿਲਾਂ ਪਈਆਂ ਟੈਣਾ ਸਾਹਿਬ। ਅੱਜ ਜਿਹੜਾ ਕੋਈ ਤੁਹਾਡੇ ਤੋਂ ਦੂਰ ਆ ਨਾ, ਇਹਨੇ ਹੋਰ 2 4 5 6 ਹਫ਼ਤੇ ਤੱਕ ਤੁਹਾਡੇ ਕੋਲੇ ਆ ਜਾਣਾ। ਉਹ ਨਹੀਂ, ਇੱਕ ਸ਼ੇਰ ਆ ਕਿ ਉੜਨੇ दो परिंदों को इन आजाद फिजाओं में लौट आएंगे एक दिन अगर वो तेरे होंगे। क्या बात है। पर गल ये है टैना साहब कि ਜਿਹੜੇ ਲੋਕ ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ ਬੋਲਦੇ ਨੇ ਉਹਨਾਂ ਤੋਂ ਤਾਂ ਸੋਸ਼ਲ ਡਿਸਟੈਂਸਿੰਗ ਹੀ ਚੰਗੀ ਹੈ, ਕਿਉਂਕਿ ਇਹੋ ਜਿਹੇ ਲੋਕ ਕਰੋਨਾ ਤੋਂ ਵੀ ਵੱਧ ਘਾਤਕ ਹੁੰਦੇ ਨੇ। ਚਲੋ ਠੀਕ ਹੈ, ਇਹ ਵੀ ਠੀਕ ਹੈ। ਤੁਹਾਡੇ ਬਣ ਕੇ ਵੀ ਤੁਹਾਡੇ ਨਹੀਂ ਹੁੰਦੇ, ਤੁਸੀਂ ਅਗਲੇ ਨੂੰ ਆਪਣਾ ਸਮਝਦੇ ਹੋ। ਚੱਜ ਦਾ ਵਿਚਾਰ ਇੱਕ ਹੋਰ ਆਇਆ, ਉਹ ਇਹ ਆ ਬਈ ਜ਼ਮੀਨ ਇੰਤਕਾਲ ਤੋਂ ਬਾਅਦ ਬੰਦੇ ਦੀ ਹੋ ਜਾਂਦੀ ਹੈ। ਵਾਹ। ਆਪਾਂ ਪਹਿਲਾਂ ਰਜਿਸਟਰੀ ਕਰਵਾਉਨੇ ਆ, ਫਿਰ ਉਹਦਾ ਇੰਤਕਾਲ ਹੁੰਦਾ। ਜ਼ਮੀਨ ਇੰਤਕਾਲ ਤੋਂ ਬਾਅਦ ਬੰਦੇ ਦੀ ਹੋ ਜਾਂਦੀ ਹੈ ਤੇ ਬੰਦਾ ਇੰਤਕਾਲ ਤੋਂ ਬਾਅਦ ਜ਼ਮੀਨ ਦਾ ਹੋ ਜਾਂਦਾ। ਵਾਹ। ਇੰਤਕਾਲ ਭਾਵ ਮੌਤ ਤੋਂ ਬਾਅਦ ਉਹ ਜ਼ਮੀਨ ਦੇ ਵਿੱਚ ਹੀ ਰਲ ਜਾਂਦਾ। ਮੈਂ ਨਾ ਕਿਸੇ ਤੋਂ ਇਹ ਗੱਲ ਸੁਣੀ ਸੀ ਟਾਣਾ ਸਾਹਿਬ ਕਿ ਮੈਨੂੰ ਬੜੀ ਚੰਗੀ ਲੱਗੀ ਉਹ ਗੱਲ। ਉਹ ਕਹਿੰਦੇ ਕਿ
ਬੰਦਾ ਹਮੇਸ਼ਾ ਇਸ ਜ਼ਮੀਨ ਦੇ ਟੋਟੇ ਦੇ ਪਿੱਛੇ ਲੜਦਾ ਹੈ ਨਾ। ਆਪਾਂ ਬਹੁਤੀ ਵਾਰ ਖਬਰਾਂ ਸੁਣਦੇ ਆ, ਕੋਈ ਇੰਚ ਪਿੱਛੇ ਲੜ ਪਿਆ, ਕੋਈ ਜ਼ਮੀਨ ਦੇ ਮਰਲੇ ਪਿੱਛੇ ਲੜ ਪਿਆ, ਕੋਈ ਕੁਛ। ਹਮੇਸ਼ਾ ਬੰਦਾ ਇਸ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕਰਦਾ ਹੈ, ਇਹਦੇ ਲਈ ਲੜਦਾ ਹੈ, ਪਰ ਇਹ ਜ਼ਮੀਨ ਕਦੇ ਵੀ ਨਹੀਂ ਕਿਸੇ ਦੀ ਹੁੰਦੀ। ਬਸ ਇੰਤਕਾਲ ਦੇ ਵਿੱਚ ਕਾਗਜ਼ਾਂ ਦੇ ਵਿੱਚ ਨਾਂ ਤਬਦੀਲ ਹੁੰਦੇ ਨੇ ਤੇ ਉਸ ਨਾਂ ਦੇ ਚੱਕਰ ਦੇ ਵਿੱਚ ਹੀ ਬੰਦਾ ਕੀ ਕੁਝ ਕਰਦਾ। ਬਿਲਕੁਲ ਸਹੀ ਗੱਲ ਆ। ਜੱਜ ਦਾ ਵਿਚਾਰ। ਹਰਮਨ ਜੀ, ਪਿਛਲੇ ਦਿਨੀ ਤਾਂ ਇੱਕ ਪੁਲਿਸ ਮੁਲਾਜ਼ਮ ਦੀ ਨਵੀਂ ਖਬਰ ਆ ਗਈ। ਹਾਲਾਂਕਿ ਮੇਰੀ ਬੇਨਤੀ ਫੇਰ ਆ, ਸਾਰੇ ਪੁਲਿਸ ਮੁਲਾਜ਼ਮ ਇੱਕੋ ਜਿਹੇ ਨਹੀਂ, ਪਰ ਕੁਝ ਇੱਕ ਇਹੋ ਜਿਹੇ ਆ ਜਿਵੇਂ ਨਾ ਇੱਕ ਲਿਬੜੀ ਮੱਝ ਸਾਰੇ ਤਲਾਬ ਨੂੰ ਜਾਂ ਸਾਰੇ ਛੱਪੜ ਨੂੰ ਗੰਦਾ ਕਰ ਦਿੰਦੀ ਆ, ਜਾਂ ਇੱਕ ਖਰਾਬ ਮੱਛੀ ਹੈ ਜਿਹੜੀ ਉਹ ਸਾਰੇ ਤਲਾਬ ਨੂੰ ਗੰਦਲਾ ਕਰ ਦਿੰਦੀ ਆ। ਉਸ ਤਰੀਕੇ ਦੇ ਨਾਲ ਹੀ ਵੱਖ-ਵੱਖ ਮਹਿਕਮਿਆਂ ਦੇ ਵਿੱਚ ਕੁਝ ਲੋਕ ਇਹੋ ਜਿਹੇ ਆ ਜਿਹੜੇ ਕਿ ਸਾਰਿਆਂ ਨੂੰ ਇੱਕੋ ਰਸੇ ਬਣਾ ਦਿੰਦੇ ਆ, ਜਿਹੜੇ ਕਿ ਸਾਰਿਆਂ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਦਿੰਦੇ, ਚਿੰਨ੍ਹ ਲਾ ਦਿੰਦੇ ਆ। ਸੋ ਜਿਸ ਤਰੀਕੇ ਨਾਲ ਪਹਿਲਾਂ ਆਂਡਾ ਚੋਰ, ਉਸ ਤੋਂ ਪਹਿਲਾਂ ਇੱਕ ਜਿਹੜਾ ਜਬਰ ਜਨਾਹ ਕਰਨ ਵਾਲਾ ਬਠਿੰਡੇ ਦੇ ਵਿੱਚ, ਉਸ ਤੋਂ ਪਹਿਲਾਂ ASI ਇੱਕ ਅੰਮ੍ਰਿਤਸਰ ਵੱਲ ਦਾ ਜਿਹੜਾ ਦਾਰੂ ਪੀ ਕੇ ਤੇ ਖੌਰੂ ਪਾਈ ਜਾਂਦਾ ਤੇ ਮਜਮਾ ਲਾਈ ਬੈਠਾ, ਉਹਦੇ ਨਾਲ ਹੀ ਇੱਕ ਫਗਵਾੜੇ ਦਾ ASI ਜਿਹੜਾ ਕਿ ਠੁੱਡ ਮਾਰਦਾ ਸਬਜ਼ੀਆਂ ਵਾਲੀ ਟੋਕਰੀ ਦੇ ਵਿੱਚ, ਤੇ ਹੁਣ ਵਾਲੀਆਂ ਲਾਉਣ ਵਾਲਾ ਵੀ ਆ ਗਿਆ। ਮੋਟਰਸਾਈਕਲ ਦੇ ਉੱਤੇ ਜਾਂਦੇ ਆ, ਇਹ ਜਲੰਧਰ ਜ਼ਿਲ੍ਹੇ ਦੀ ਖਬਰੀ ਆ, ਤੇ ਇੱਕ ਜਣਾ ਨਾ ਇੱਕ ਔਰਤ ਦੀਆਂ ਵਾਲੀਆਂ ਖਿੱਚਦਾ। ਅੱਛਾ ਜੀ, ਇਹੋ ਜੀ ਖਬਰ ਆਈ ਆ। ਬਾਅਦ ਦੇ ਵਿੱਚ ਪੁਲਿਸ ਨੂੰ ਫੜਾ ਦਿੱਤੇ ਗਏ ਆ ਤੇ ਹੁਣ ਪੁਲਿਸ ਉਹਨਾਂ ਦੇ ਉੱਤੇ ਕਾਰਵਾਈ ਕਰੂਗੀ। ਯਾਨੀ ਕਿ ਮੇਰੀ ਹੱਥ ਜੋੜ ਕੇ ਬੇਨਤੀ ਇਹ ਆ ਵੀ ਆਪਾਂ ਨੂੰ ਜੋ ਤਨਖਾਹਾਂ ਮਿਲਦੀਆਂ ਉਹਦੇ ਵਿੱਚ ਸਬਰ ਕਰੀਏ। ਬਹੁਤ ਸਾਰੇ ਨੇਕ ਪੁਲਿਸ ਕਰਮਚਾਰੀ ਤੇ ਅਧਿਕਾਰੀ ਵੀ ਹੈਗੇ ਆ ਜਿਹੜੇ ਇਸ ਵਕਤ ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰਦੇ ਆ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਜਾਗਦੀ ਜਿਉਂਦੀ ਆ। ਪਰ ਤੁਸੀਂ ਆਪਦੀਆਂ ਇਹੋ ਜਿਹੀਆਂ ਕੁਝ ਕੁ ਲੋਕ ਕਰਤੂਤਾਂ ਕਰਕੇ, ਪੱਤਰਕਾਰ ਵੀ ਆ ਜਿਹੜੇ ਕਿ ਦਾਰੂ ਦੇ ਪਿੱਛੇ, ਕੁੱਕੜ ਦੇ ਪਿੱਛੇ ਆਪਦੇ ਅਸੂਲ ਗਹਿਣੇ ਪਾ ਦਿੰਦੇ ਆ, ਜਿਹੜੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਲਿਖਦੇ ਆ। ਸੋ ਬੇਨਤੀ ਇਹ ਆ ਭਾਈ, ਬੰਦੇ ਬਣੋ। ਇਸ ਵਕਤ ਸੂਬੇ ਨੂੰ ਤੁਹਾਡੇ ਇਹਨਾਂ ਚਿਲਤਰਾਂ ਦੀ ਲੋੜ ਨਹੀਂ, ਇਸ ਵਕਤ ਕੰਮ ਕਰਕੇ ਦਿਖਾਓ। ਮੈਂ ਵੀ ਇਹ ਖਬਰ ਸੁਣੀ ਹੈ, ਟਾਣਾ ਸਾਹਿਬ ਕਹਿੰਦੇ ਵੀ ਜਦੋਂ ਫੜਾ ਦਿੱਤੇ ਗਏ ਉਹ ਬੰਦੇ ਤੇ ਬਾਅਦ ਚ ਪਤਾ ਲੱਗਿਆ ਕਿ ਉਹਨਾਂ ਚੋਂ ਇੱਕ ਪੁਲਿਸ ਮੁਲਾਜ਼ਮ ਹੀ ਸੀ। ਜਿਹੜੇ ਦੇਸ਼ ਦੀ ਜਨਤਾ ਸੁੱਤੀ ਹੋਵੇ ਤੇ ਪ੍ਰਧਾਨ ਮੰਤਰੀ ਜਿੱਥੋਂ ਦਾ ਕੁੰਭਕਰਨ ਹੋਵੇ ਤੇ ਪੁਲਿਸ ਜਿੱਥੋਂ ਦੀ ਆਂਡਾ ਚੋਰ ਹੋਵੇ ਤੇ ਕਈ ਸੂਬਿਆਂ ਦੇ ਮੁੱਖ ਮੰਤਰੀ ਆ ਜਿਹੜੇ ਉਹ ਫਲ ਫੁੱਲ ਲੱਭਣ ਦੇ ਵਿੱਚ ਲੱਗੇ ਹੋਣ, ਤੇ ਉੱਥੋਂ ਦਾ ਕੀ ਵਿਕਾਸ ਹੋਣਾ ਅੰਦਾਜ਼ਾ ਲਾਉਣਾ ਔਖਾ ਨਹੀਂ। ਵਿਕਾਸ ਉਹ ਆਪਣਾ ਕਰ ਰਹੇ ਨੇ ਨਾ। ਉਹਨਾਂ ਨੇ ਕਦੋਂ ਕਿਹਾ ਸੀ ਕਿ ਲੋਕਾਂ ਦਾ ਵਿਕਾਸ ਕਰਾਂਗੇ? ਉਹਨਾਂ ਨੇ ਕਿਹਾ ਸੀ ਵਿਕਾਸ ਹੋਊ, ਅੱਛੇ ਦਿਨ ਆਏਂਗੇ, ਤੇ ਕਿੰਨਾ ਦੇ ਆਏ ਆਪਾਂ ਸਾਰੇ ਜਾਣਦੇ ਆ। ਉਹ ਚ ਲੋਕ ਕਿਤੇ ਵੀ ਨਹੀਂ ਸੀ। ਇਹ ਤਾਂ ਅਸੀਂ ਐਵੇਂ ਸਮਝ ਬੈਠੇ ਕਿ ਸ਼ਾਇਦ ਸਾਡੀ ਗੱਲ ਹੋ ਰਹੀ ਹੈ, ਇਸ ਲਈ ਕਹਿੰਦੇ ਆ ਜਦ ਤੱਕ ਤੁਹਾਡਾ ਨਾਂ ਲੈ ਕੇ ਗੱਲ ਨਾ ਕੀਤੀ ਜਾਵੇ ਤਦ ਤੱਕ ਸਮਝਣੀ ਨਹੀਂ ਚਾਹੀਦੀ ਕਿ ਇਹ ਮੇਰੇ ਬਾਰੇ ਹੀ ਹੋ ਰਹੀ ਹੈ। ਇਹ ਕਿਸੇ ਬਾਰੇ ਵੀ ਹੋ ਸਕਦੀ, ਅਗਲਾ ਨੇ ਆਪਣੇ ਬਾਰੇ ਕੀਤੀ ਸੀ। ਸੋ ਗੱਲ ਇਹ ਹੈ ਕਿ ਇੱਕ ਮੈਂ ਟਾਣਾ ਸਾਹਿਬ ਹੋਰ ਬੇਨਤੀ ਕਰਨਾ ਚਾਹੁੰਦੀ ਹਾਂ, ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਨਾ ਸਵਾਦ ਲੈਣ ਲੱਗ ਜਾਂਦੇ ਨੇ। ਆ ਵੇਖੋ ਜੀ, ਪੁਲਿਸ ਤਾਂ ਇਹ ਹੈ, ਪੁਲਿਸ ਤਾਂ ਉਹ ਹੈ, ਫਿਰ ਗਾਲਾਂ ਕੱਢਣ ਲੱਗ ਜਾਂਦੇ ਨੇ, ਫਿਰ ਕੁਛ। ਆਪਾਂ ਕਿਸੇ ਇੱਕਾ ਦੁੱਕਾ ਦਾ ਕਰਕੇ ਸਾਰਿਆਂ ਨੂੰ ਬਦਨਾਮ ਨਹੀਂ ਕਰ ਸਕਦੇ, ਕਿਉਂਕਿ ਕਰੋਨਾ ਦੇ ਦੌਰ ਦੇ ਵਿੱਚ ਆਪਾਂ ਬਹੁਤ ਸਾਰੇ ਪੁਲਿਸ ਮੁਲਾਜ਼ਮ ਇਹੋ ਜਿਹੇ ਵੀ ਵੇਖੇ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ, ਜਿਨ੍ਹਾਂ ਨੇ ਲੋਕਾਂ ਦੀ ਹਿਫਾਜ਼ਤ ਦੇ ਲਈ ਕੰਮ ਕੀਤਾ, ਜਿਨ੍ਹਾਂ ਨੇ ਲੋਕਾਂ ਨੂੰ, ਆਪਾਂ ਬਹੁਤ ਸਾਰੀਆਂ ਤਸਵੀਰਾਂ ਵੇਖੀਆਂ ਕਿ ਕੋਈ ਪੁਲਿਸ ਮੁਲਾਜ਼ਮ ਕਿਸੇ ਨੂੰ ਸੜਕ ਪਾਰ ਕਰਾ ਰਿਹਾ ਹੈ, ਕੋਈ ਕਿਸੇ ਨੂੰ ਪਾਣੀ ਪਿਆ ਰਿਹਾ ਹੈ, ਕਿਸੇ ਦੀ ਰੋਟੀ ਦਾ ਪ੍ਰਬੰਧ ਕਰ ਰਿਹਾ ਹੈ, ਕਿਸੇ ਦੇ ਬੱਚੇ ਨੂੰ ਪੜ੍ਹਾ ਰਿਹਾ ਹੈ, ਕਿਸੇ ਦੀ ਧੀ ਨੂੰ ਵਿਆਹ ਰਿਹਾ ਹੈ। ਬਹੁਤ ਸਾਰੇ ਚੰਗੇ ਕੰਮ ਵੀ ਉਹ ਕਰਦੇ ਨੇ। ਇਸ ਲਈ ਇਹ ਨਾ ਕਰਿਆ ਕਰੀਏ ਵੀ ਕਿਸੇ ਇੱਕ ਦੀ ਗਲਤੀ ਦਾ ਠੀਕਰਾ ਸਾਰਿਆਂ ਦੇ ਸਿਰ ਤੇ ਆਪਾਂ ਪਾਉਂਦੇ। ਬਿਲਕੁਲ ਜੀ, ਤੇ ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਵੀ ਜੇਕਰ ਕੋਈ ਕਿਸੇ ਨੂੰ ਫਲ ਲੈ ਕੇ ਦਿੰਦਾ ਤਾਂ ਇਹਦੇ ਉੱਤੇ ਵੀ ਟਿੱਪਣੀ ਕਿਹੜੀ ਗੱਲੋਂ? ਅਗਲੇ ਦੀ ਨਿੱਜੀ ਜ਼ਿੰਦਗੀ ਆ। ਕੋਈ ਸੀਤਾ ਫਲ ਲੈ ਕੇ ਦੇਵੇ, ਕੋਈ ਖਰਬੂਜਾ ਲੈ ਕੇ ਦੇਵੇ, ਕੋਈ ਚੀਕੂ ਲੈ ਕੇ ਦੇਵੇ, ਕੋਈ ਕੇਲਿਆਂ ਦੀ ਦਰਜਨ ਲੈ ਦੇਵੇ, ਕੋਈ ਇੱਕ ਟਰੱਕ ਭਾਵੇਂ ਸੇਬਾਂ ਦਾ ਕਿਸੇ ਦੇ ਘਰੇ ਸਟਵਾ ਦੇਵੇ। ਅੱਜ ਕੱਲ ਖਰਬੂਜਿਆਂ ਦਾ, ਹਦਵਾਣਿਆਂ ਦਾ ਦੌਰ ਹੈ, ਭਾਵੇਂ ਕੋਈ ਉਹ ਲੈ ਦੇਵੇ, ਕੋਈ ਕਿਸੇ ਨੂੰ ਵੀ ਕੁਝ ਵੀ ਲੈ ਕੇ ਦੇਵੇ। ਉਹ ਕਹਿੰਦੇ ਵੀ ਭਾਈ ਇਹ ਨਿੱਜੀ ਜ਼ਿੰਦਗੀ ਆ। ਬਿਲਕੁਲ ਠੀਕ ਆ, ਇਵੇਂ ਹੀ ਹੋਣਾ ਚਾਹੀਦਾ। ਨਿੱਜੀ ਜ਼ਿੰਦਗੀ ਨਿੱਜੀ ਰਵੇ, ਪਰ ਨਿੱਜੀ ਆਪਾਂ ਆਪ ਹੀ ਰੱਖਣੀ ਆ। ਵੀਡੀਓ ਬਣਾ ਕੇ ਨਿੱਜੀ ਕੋਈ ਨਹੀਂ ਹੁੰਦੀ। ਆ ਨਿੱਕੂ ਪਾਰਕ ਦੇ ਵਿੱਚ ਮੰਨ ਲਓ ਕੋਈ ਪ੍ਰੇਮੀ ਜੋੜਾ ਬੈਠਾ ਹੋਵੇ ਜਲੰਧਰ 'ਚ, ਤੇ ਉਹ ਗੁੰਨੂ ਮੁੰਨੂ ਕਰੀ ਜਾਂਦਾ ਹੋਵੇ, ਤੇ ਉੱਤੇ ਚਲੀ ਜਾਵੇ ਪੁਲਿਸ, ਤੇ ਪੁਲਿਸ ਕਵੇ ਆ ਕੀ ਕਰਦੇ ਆ? ਉਹ ਕਹਿੰਦੇ ਸਾਡੀ ਨਿੱਜੀ ਜ਼ਿੰਦਗੀ ਆ। ਨਿੱਜੀ ਜ਼ਿੰਦਗੀ ਪਾਰਕ 'ਚ ਬੈਠ ਕੇ ਥੋੜੀ, ਫਿਰ ਨਿੱਜੀ ਜ਼ਿੰਦਗੀ ਨਿੱਜੀ ਥਾਂ ਤੇ ਹੋ ਸਕਦੀ ਆ। ਇਹ ਤੁਹਾਡੀ ਦੋਵਾਂ ਦੀ ਨਿੱਜੀ ਗੱਲ ਹੋਣੀ ਚਾਹੀਦੀ ਆ। 5 ਨੂੰ ਦੱਸ ਕੇ, 50 ਨੂੰ ਦੱਸ ਕੇ, 5 ਲੱਖ ਨੂੰ ਦੱਸ ਕੇ, 5 ਕਰੋੜ ਨੂੰ ਦੱਸ ਕੇ ਸਾਡੀ ਤਾਂ ਨਿੱਜੀ ਜ਼ਿੰਦਗੀ ਆ। ਇਉਂ ਥੋੜੀ ਹੁੰਦਾ, ਇਉਂ ਨਹੀਂ ਹੁੰਦਾ ਕਦੇ ਵੀ, ਬਿਲਕੁਲ ਨਹੀਂ ਹੁੰਦਾ। ਨਾਲੇ ਗੱਲ ਇਹ ਹੈ ਕਿ ਜਿਹੜੇ ਅਹੁਦੇ ਤੇ ਤੁਹਾਨੂੰ ਬਿਠਾਇਆ, ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ, ਉਹ ਨਿਭਾ ਲਓ। ਚੀਕੂ ਸੀਤਾਫਲ ਵੀ ਫੇਰ ਵੰਡ ਦਿੱਤਾ ਜਾਊਗਾ, ਕੋਈ ਚੱਕਰ ਨਹੀਂ, ਕੋਈ ਗੱਲ ਨਹੀਂ ਹੁੰਦਾ। ਜੱਜ ਦਾ ਵਿਚਾਰ। ਹਰਮਨ ਜੀ, ਜਿਹੜੇ ਨਾ ਲੋਕ ਤੰਤਰਿਕਾਂ ਤੇ ਜੋਤਸ਼ੀਆਂ ਦੇ ਚੱਕਰ ਦੇ ਵਿੱਚ ਫਸੇ ਹੋਣ, ਉਹ ਭਾਵੇਂ ਕਿਸੇ ਵੀ ਰੁਤਬੇ ਦੇ ਉੱਤੇ ਬੈਠੇ ਆ, ਉਹਨਾਂ ਨੇ ਫਸੇ ਹੀ ਰਹਿਣਾ ਜੀ। ਹਾਲਾਂਕਿ ਕੁਝ ਕੁ ਲੋਕ ਕਹਿੰਦੇ ਵੀ ਜੋਤਿਸ਼ ਵਿਗਿਆਨ ਆ, ਪਰ ਸਭ ਦੀ ਆਪੋ ਆਪਣਾ ਨਜ਼ਰੀਆ। ਪਰ ਮੈਂ ਤਾਂ ਹੈਰਾਨ ਹੋ ਗਿਆ ਇਸ ਮਾਮਲੇ ਦੇ ਉੱਤੇ। ਪੰਜਾਬ ਦੇ ਕੁਝ ਮੰਤਰੀ, ਪੰਜਾਬ ਦੇ ਕੁਝ ਵਿਧਾਇਕ ਅੱਜ ਕੱਲ੍ਹ ਜੋਤਸ਼ੀਆਂ ਦੇ ਕੋਲੇ ਜਾ ਰਹੇ ਆ
ਇੱਕ ਮੰਤਰੀ ਨੇ ਅੰਮ੍ਰਿਤਸਰ ਦੇ ਵਿੱਚੋਂ ਉਚੇਚੇ ਤੌਰ ਦੇ ਉੱਤੇ ਜੋਤਸ਼ੀ ਸੱਦਿਆ ਚੰਡੀਗੜ੍ਹ, ਉਹਦੇ ਨਾਲ ਸਾਰੀ ਗੱਲਬਾਤ ਕੀਤੀ ਹੈ। 2-3 ਮੰਤਰੀ ਉਹਨੇ ਉੱਥੇ ਹੋਰ ਬੁਲਾ ਲਏ। ਉਹ ਕਹਿੰਦੇ ਵੀ ਇਹ ਦੱਸੋ ਵੀ ਸਾਡਾ ਬਣੂਗਾ ਕੀ। ਅੱਛਾ ਜੀ। ਉਹ ਕਹਿੰਦੇ ਵੀ ਤੁਸੀਂ ਕੀ ਬਣਾਇਆ ਪੰਜਾਬ ਦਾ। ਇਦਾਂ ਕਿਹਾ ਉਹਨਾਂ ਨੇ? ਕਿਹਾ ਹੀ ਹੋਣਾ। ਨਹੀਂ ਜੇ ਕਿਹਾ ਤਾਂ ਸ਼ਾਬਾਸ਼ ਹੈ। ਨਹੀਂ ਮੈਨੂੰ ਨਹੀਂ ਪਤਾ, ਪਰ ਉਹਦਾ ਫਰਜ਼ ਤਾਂ ਇਉਂ ਹੀ ਬਣਦਾ ਸੀ। ਪਰ ਉਹਦੇ ਗਾਹਕ ਆ, ਉਹਨੇ ਕਦੋਂ ਵਿਗਾੜਦੀ ਆ। ਉਹ ਕਹਿੰਦਾ ਦੇਖੋ ਵੀ ਇਸ ਵੇਲੇ ਚੱਲ ਰਹੀ ਹੈ ਗ੍ਰਹਿ ਦੀ ਦਿਸ਼ਾ ਮਾੜੀ, ਤੁਸੀਂ ਚੁੱਪ ਰਹਿਣਾ। ਉਹ ਕਹਿੰਦੇ ਵੀ ਚੁੱਪ ਤਾਂ ਸਾਡੇ ਸਾਰੇ ਬੈਠੇ ਆ, ਅਸੀਂ ਕਿਹੜਾ ਕਦੇ ਕੁਝ ਕੀਤਾ। 4.25 ਸਾਲ ਤੋਂ ਚੁੱਪ ਸੀ। ਉਹ ਕਹਿੰਦਾ ਵੀ ਦੇਖੋ ਕੋਈ ਗੱਲ ਨਹੀਂ, ਇਹ ਸੰਕਟ ਟਲ ਜਾਣਾ। ਤੇ ਕਹਿੰਦੇ ਵੀ ਉਹਨਾਂ ਮੰਤਰੀਆਂ ਨੇ ਜੋਤਸ਼ੀ ਨੂੰ ਪੁੱਛਿਆ ਵੀ ਕੀ ਸਾਡੀ ਸਰਕਾਰ ਬਣੂਗੀ ਕਿ ਨਹੀਂ, ਆ ਜਿਹੜੇ ਸੰਕਟ ਦੇ ਬੱਦਲ ਜੇ ਮੰਡਰਾ ਰਹੇ ਆ ਕੀ ਇਹ ਛੱਟ ਜਾਣਗੇ ਕਿ ਨਹੀਂ, ਜਾਂ ਫਿਰ ਅਸੀਂ ਇਸੇ ਤਰੀਕੇ ਦੇ ਨਾਲ ਹੀ ਘੁੰਮਣ ਘੇਰੀ 'ਚ ਫਸੇ ਰਵਾਂਗੇ। ਤੇ ਜੇਕਰ ਭਾਈ ਤੁਹਾਨੂੰ ਇਹ ਲੱਗਦਾ ਵੀ ਭਾਈ ਇੱਧਰ ਲੱਗ ਰਿਹਾ, ਇੱਧਰ ਫਸ ਗਿਆ, ਇੱਧਰਲੇ ਨੇ ਇੱਧਰ ਛਾਲ ਛੂਲ ਮਾਰ ਲਈ ਹੈ, ਤੇ ਫਿਰ ਅਸੀਂ ਕਿਤੇ ਹੋਰ ਦੇਖੀਏ ਘਰ। ਉਹ ਕਹਿੰਦੇ ਕੋਈ ਨਹੀਂ, ਟਿਕੇ ਰਹੋ, ਸੂਤ ਆ ਜਾਊਗਾ। ਅੱਛਾ ਜੀ। ਤੇ ਲੱਗਦੇ ਹੱਥ ਉਹਨਾਂ ਨੂੰ ਇਹ ਵੀ ਪੁੱਛ ਲੈਂਦੇ ਵੀ ਕਰੋਨਾ ਤੋਂ ਖਹਿੜਾ ਕਦੋਂ ਛੁੱਟੂਗਾ। ਨਹੀਂ ਫਿਰ ਉਹ ਆਏ ਨਹੀਂ ਨਾ। ਲੱਗਦੇ ਹੱਥ ਇਹ ਵੀ ਪੁੱਛ ਲੈਂਦੇ ਵੀ ਲੋਕਾਂ ਦੀ ਜ਼ਿੰਦਗੀ ਕਦੋਂ ਬਚਣੀ ਸ਼ੁਰੂ ਹੋਊਗੀ, ਲੋਕਾਂ ਦੀ ਜਿਹੜੀ ਗ੍ਰਹਿ ਦਸ਼ਾ ਖਰਾਬ ਹੋਈ ਹੈ ਚੁਣਨ ਤੋਂ ਬਾਅਦ, ਉਹ ਕਦੋਂ ਸੁਧਰੂਗੀ। ਨਹੀਂ ਪੁੱਛਣਾ ਤਾਂ ਚਾਹੀਦਾ ਸੀਗਾ, ਪਰ ਉਹਨਾਂ ਨੂੰ ਕੀ, ਲੋਕ ਮਰਦੇ ਆ, ਲੋਕ ਜੰਮਦੇ ਆ, ਲੋਕ ਵਿਲਕਦੇ ਆ, ਉਹਨਾਂ ਨੂੰ ਤਾਂ ਆਪਣੀ ਕੁਰਸੀ ਚਾਹੀਦੀ ਹੈ ਨਾ। ਹਾਂ, ਬਹੁਤ ਸਾਰੇ ਇਹੋ ਜਿਹੇ ਹੈਗੇ ਆ ਜਿਹੜੇ ਹਰ ਚੀਜ਼ ਹਰ ਕਦਮ ਪੁੱਛ ਕੇ ਚੁੱਕਦੇ ਨੇ ਵੀ ਕਿਹੜੇ ਸਮੇਂ ਤੇ ਕੀ ਕਰਨਾ ਚਾਹੀਦਾ ਹੈ, ਕਿੰਨੇ ਵਜ ਕੇ ਕਿੰਨੇ ਮਿੰਟ ਤੇ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ, ਕੀ ਹੱਥਾਂ ਦੇ ਵਿੱਚ ਪਾਉਣਾ ਚਾਹੀਦਾ ਹੈ ਜਿਹਦੇ ਨਾਲ ਸਾਰਾ ਕੁਝ ਠੀਕ ਹੋ ਜਾਏ। ਪਰ ਗੱਲ ਇਹ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਇਸ ਵੇਲੇ ਭਾਰਤ ਦੇ ਜੋ ਹਾਲਾਤ ਬਣੇ ਹੋਏ ਨੇ, ਸਮੁੱਚੇ ਭਾਰਤ ਦੀ ਜੇ ਗੱਲ ਕਰੀਏ ਆਪਾਂ, ਤਾਂ ਉਹਦੇ ਲਈ ਵੀ ਇੱਕ ਜੋਤਸ਼ੀ ਚਾਹੀਦਾ ਟਾਣਾ ਸਾਹਿਬ, ਕਿਉਂਕਿ ਲੋਕ ਮਰ ਰਹੇ ਨੇ। ਕੋਈ ਜੋਤਸ਼ੀ ਨਹੀਂ ਦੱਸ ਰਿਹਾ ਕਿ ਕਦੋਂ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਤਾਬੇ ਆਏਗੀ, ਕੋਈ ਨਹੀਂ ਦੱਸ ਰਿਹਾ ਕਿ ਕਦੋਂ ਜਿਹੜੀ ਆਕਸੀਜਨ ਦੀ ਕਮੀ ਹੈ ਉਹ ਦੂਰ ਹੋਏਗੀ, ਕੋਈ ਨਹੀਂ ਦੱਸ ਰਿਹਾ ਕਿ ਬੈੱਡ ਮਿਲਣੇ ਕਦੋਂ ਸ਼ੁਰੂ ਹੋਣਗੇ, ਕੋਈ ਨਹੀਂ ਦੱਸ ਰਿਹਾ ਲੋਕ ਸਿਹਤਯਾਬ ਕਦੋਂ ਹੋਣਗੇ, ਕੋਈ ਨਹੀਂ ਦੱਸ ਰਿਹਾ ਜਿਹੜਾ ਗਰੀਬ ਮਰ ਰਿਹਾ ਹੈ ਕਦੋਂ ਵਿਚਾਰਾ ਆਪਣੀ ਜ਼ਿੰਦਗੀ ਜੀ ਸਕੇਗਾ, ਕੋਈ ਨਹੀਂ ਦੱਸ ਰਿਹਾ ਬੇਰੋਜ਼ਗਾਰੀ ਕਦੋਂ ਖਤਮ ਹੋਊਗੀ, ਕੋਈ ਨਹੀਂ ਦੱਸ ਰਿਹਾ ਸਿਹਤ ਸਹੂਲਤਾਂ ਕਦੋਂ ਮਿਲਣਗੀਆਂ, ਕੋਈ ਨਹੀਂ ਦੱਸ ਰਿਹਾ ਕਿ ਤਰੱਕੀ ਕਦੋਂ ਹੋਊਗੀ। ਗੱਲ ਤੁਹਾਡੀ ਸਹੀ ਆ। ਜੇ ਕੁਝ ਰਹਿ ਗਿਆ ਹੋਵੇ ਤਾਂ ਦੱਸ ਦਿਓ। ਨਹੀਂ ਮੈਂ ਤਾਂ ਇੰਨਾ ਕੀ ਪੁੱਛਣਾ ਚਾਹੁੰਦੀ ਸੀ, ਜੇ ਇਹਦਾ ਵੀ ਜਵਾਬ ਮਿਲ ਜਾਵੇ। ਪਰ ਨਾ ਜਿਹੜੇ ਪੰਜਾਬ ਦੇ ਕੁਝ ਕਾਗੂ ਇਹੋ ਜਿਹੇ ਵੀ ਜਿਨ੍ਹਾਂ ਦੀਆਂ ਉਂਗਲਾਂ ਛਾਪਾਂ ਛੱਲੇ ਨਾਲ ਇਦਾਂ ਭਰੀਆਂ, ਨਗਾਂ ਨਾਲ ਇਦਾਂ ਭਰੀਆਂ, ਉਹ ਬਸ ਐਂ ਕਰਕੇ ਤੇ ਗੱਲ ਫੇਰ ਉੱਥੇ ਕਰ ਦਿੰਦੇ ਆ। ਪਰ ਰੌਲਾ ਇਹ ਆ ਵੀ ਇੱਕ ਪਾਸੇ ਕਹਿੰਦੇ ਵੀ ਗੁਰੂ ਸਾਹਿਬਾਨ ਨੇ ਸਾਨੂੰ ਅੰਧ ਵਿਸ਼ਵਾਸ ਤੋਂ ਦੂਰ ਰਹਿਣ ਲਈ ਕਿਹਾ, ਉਂਗਲਾਂ ਛਾਪਾਂ ਛੱਲੇ ਨਾਲ ਭਰ ਕੇ ਪੱਪੀ ਲਹਿਰੀ ਬਣੇ ਹੁੰਦੇ ਆ, ਤੇ ਪਰ ਫਿਰ ਵੀ ਕਹਿੰਦੇ ਵੀ ਕੋਈ ਨਹੀਂ, ਪਰ ਭਾਈ ਤੁਹਾਡੇ ਮਸਲੇ ਤਾਂ ਪਤਾ ਨਹੀਂ ਹੱਲ ਹੁੰਦੇ ਕਿ ਨਹੀਂ, ਇਦਾਂ ਗ੍ਰਹਿ ਉਰਲੇ ਪਾਸੇ ਪਰਲੇ ਪਾਸੇ ਜਾਂਦਾ ਕਿ ਨਹੀਂ। ਪਰ ਪੰਜਾਬ ਦੇ ਕਦੋਂ ਗ੍ਰਹਿ ਦੂਰ ਹੋਣਗੇ, ਪੰਜਾਬ ਕਦੋਂ ਤਰੱਕੀ ਦੇ ਵੱਲ ਜਾਊਗਾ, ਇਹਦੇ ਵੱਲ ਵੀ ਖਿਆਲ ਕਰੋ। ਬਿਲਕੁਲ ਸਹੀ ਗੱਲ ਹੈ, ਪਰ ਵਧੇ ਕੌਣ ਟਾਣਾ ਸਾਹਿਬ, ਹਰੇਕ ਨੂੰ ਤਾਂ ਆਪਣੀ ਕੁਰਸੀ ਦੀ ਫਿਕਰ ਆ ਨਾ, ਹਰ ਕਿਸੇ ਨੂੰ ਆਪਣੇ ਅਹੁਦੇ ਦੀ ਫਿਕਰ ਆ ਕਿ ਉਹ ਠੀਕ ਰਹਿਣਾ ਚਾਹੀਦਾ, ਲੋਕ ਜਿੱਧਰ ਨੂੰ ਮਰਜ਼ੀ ਜਾਣ। ਪਿਛਲੇ ਦਿਨੀ ਇੱਕ ਬਹੁਤ ਵੱਡੇ ਪੱਧਰ ਤੇ ਆਡੀਓ ਕਲਿੱਪ ਵਾਇਰਲ ਹੋਈ, ਉਹਦੇ ਵਿੱਚ ਇੱਕ ਬੰਦਾ ਇੱਕ ਤੰਤਰਿਕ ਦੇ ਦਫ਼ਤਰ ਦੇ ਵਿੱਚ ਫੋਨ ਲਾਉਂਦਾ, ਸ਼ਾਇਦ ਤੁਹਾਨੂੰ ਚੇਤੇ ਆ ਜਾਵੇ। ਉਹਦੀ ਦੁਕਾਨ ਦੇ ਵਿੱਚ ਇੱਕ ਔਰਤ ਫੋਨ ਚੱਕਦੀ ਆ, ਉਹ ਕਹਿੰਦਾ ਜੀ ਕਿ ਬੰਗਾਲੀ ਨੂੰ ਗੱਲ ਕਰਨੀ ਸੀ, ਬੰਗਾਲੀ ਬਾਬੇ ਨਾਲ। ਉਹ ਕਹਿੰਦੀ ਵੀ ਕਿਆ ਬਾਤ ਕਰਨੀ ਥੀ, ਕਹਿੰਦਾ ਵੀ ਇੱਕ ਵਸ਼ੀਕਰਨ ਕਰਵਾਉਣਾ ਸੀ ਛੋਟਾ ਜਿਹਾ। ਉਹ ਕਹਿੰਦੀ ਕਿਸਕਾ ਕਰਵਾਣਾ ਥਾ, ਉਹ ਕਹਿੰਦਾ ਪੈਸੇ ਕਿੰਨੇ, ਉਹ ਕਹਿੰਦੀ ਇੰਨੇ ਪੈਸੇ, ਕਹਿੰਦਾ ਕੋਈ ਗੱਲ ਨਹੀਂ 5000 ਵੱਧ ਦੇਊਂਗਾ। ਕਹਿੰਦਾ ਪਰ ਵਸ਼ੀਕਰਨ ਕਰਵਾਉਣਾ ਹੋ ਜੂ 100%, ਕਹਿੰਦੀ ਹੋ ਜੂਗਾ। ਕਹਿੰਦਾ ਵੱਟ ਤੇ ਪਈ ਗੱਲ, ਕਹਿੰਦੀ ਪਈ ਆ। ਕਹਿੰਦਾ ਮੈਂ ਲਿਖ ਕੇ ਲੈਣਾ ਵੀ ਵਸ਼ੀਕਰਨ ਜਿਵੇਂ ਸੌਂਕਣ ਲਿਟਦੀ ਵੇਖਣੀ ਆ, ਮੈਂ ਵਸ਼ੀਕਰਨ ਕਰ ਲੈਣਾ, ਪ੍ਰੇਮੀ ਜਦ ਕਾਬੂ ਹੁੰਦਾ ਜਿਵੇਂ, ਉਵੇਂ ਆਪਾਂ ਇੱਕ ਬੰਦਾ ਕਾਬੂ ਕਰਨਾ, ਬਸ ਬੁੜੀ ਨਹੀਂ ਕਰਨੀ, ਬੰਦਾ ਕਾਬੂ ਕਰਨਾ। ਉਹ ਕਹਿੰਦੀ ਹੈ ਕੌਣ, ਉਸकी आप पिक्चर दे दो, हमको पिक्चर भेज दो, हम छंत्र मंत्र जंत्र मारेंगे और उसको वश में कर लेंगे। कहना भी प्रधानमंत्री करना, किसानों ਨੂੰ ਤੰਗ ਕਰਦਾ। 5.5 ਮਹੀਨੇ ਹੋ ਗਏ ਇਹ ਖੱਜਲ ਕਰਦਾ, ਇਹਨੂੰ ਕੋਈ ਚਿੱਤ ਚੇਤਾ ਹੀ ਨਹੀਂ ਵੀ ਭਾਈ ਕਿਸਾਨ ਆ, ਅੰਨਦਾਤਾ ਲਗਾਤਾਰ ਮਰ ਰਿਹਾ, ਖੁਦਕੁਸ਼ੀਆਂ ਕਰ ਰਿਹਾ, ਲਗਾਤਾਰ ਕਿਸਾਨ ਉੱਥੇ ਬੈਠ ਕੇ ਸੰਕਟ ਦੇ ਨਾਲ ਮੱਥਾ ਲਾਈ ਬੈਠੇ ਆ, ਉੱਤੋਂ ਡਾਂਗ ਫੇਰਦੇ ਇਹਨੂੰ ਆਪਾਂ ਵਸ ਦੇ ਵਿੱਚ ਕਰਨਾ, ਕੀ ਪਤਾ ਆਪਾਂ ਕੁਝ ਨਾ ਕੁਝ ਕਿਸਾਨੀ ਲਈ ਕਰ ਹੀ ਲੱਗੇ। ਕਹਿੰਦੀ ਐਸੇ ਥੋੜੀ ਹੁੰਦਾ ਹੈ। ਕਹਿੰਦਾ ਫਿਰ ਡਰਾਮੇ ਕਿਹੜੀ ਗੱਲੋਂ ਕਰਦੇ ਹੋ। ਹਾਂ ਤੁਸੀਂ ਤਾਂ ਉੱਥੇ ਇਸ਼ਤਿਹਾਰ ਦਿੰਦੇ ਹੋ ਕਿ 5 ਮਿੰਟਾਂ ਦੇ ਵਿੱਚ ਵੇਖੋ ਦਾਵਾ ਕਰਦੇ ਆ ਸਾਡੇ ਤੋਂ ਪਹਿਲਾਂ ਨਾ ਕੋਈ ਸੀ ਨਾ ਹੈ ਨਾ ਹੋਏਗਾ। ਗੋਲਡ ਮੈਡਲਿਸਟ ਪਹਿਲੀ ਵਾਰ ਗੋਲਡ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਕਿਹੜੀ ਯੂਨੀਵਰਸਿਟੀ ਵਾਲੇ ਗੋਲਡ ਮੈਡਲ ਦਿੰਦੇ ਇਹਨਾਂ ਨੂੰ, ਪਤਾ ਨਹੀਂ ਆਪੇ ਦੇ ਲੈਂਦੇ ਇੱਕ ਦੂਜੇ ਨੂੰ ਸ਼ਾਇਦ। ਚੱਜ ਦਾ ਵਿਚਾਰ। ਟਾਣਾ ਸਾਹਿਬ ਕਿਸਾਨੀ ਦੀ ਬਾਤ ਪਾਈ ਸੀ ਤੁਸੀਂ, ਤੇ ਕਿਸਾਨੀ ਦੇ ਰਾਹ ਦੇ ਵਿੱਚ ਜਿਹਨੇ ਟੋਏ ਪੁੱਟਣੇ ਸ਼ੁਰੂ ਕੀਤੇ ਸੀ, ਆਪਾਂ ਉਹਦੀ ਵੀ ਗੱਲ ਕਰ ਲਈਏ। ਬਿਲਕੁਲ ਜੀ, ਤੇ ਸਿਆਣੇ ਇਹ ਗੱਲ ਕਹਿੰਦੇ ਵੀ ਜਿਹੜੇ ਕੱਟੇ ਨੂੰ ਰੱਸਾ ਚੱਬਣ ਦੀ ਆਦਤ ਪੈ ਜੇ ਨਾ, ਉਹ ਹਟਦਾ ਨਹੀਂ ਭਾਵੇਂ ਜੋ ਮਰਜ਼ੀ ਕਰ ਦਿਓ। ਅਸੀਂ ਦੇਖਦੇ ਰਹੇ ਨਿੱਕੇ ਹੁੰਦੇ ਵੀ ਰੱਸੇ ਦੇ ਉੱਤੇ ਕਈ ਵਾਰ ਗੋਹਾ ਵੀ ਮਲਣਾ, ਕਈ ਵਾਰ ਉਹਦੇ ਤੇ ਮਿਰਚਾਂ ਵੀ ਲਾਉਣੀਆਂ ਵੀ ਕੱਟਾ ਇਹਨੂੰ ਨਾ ਚੱਬ ਜੇ, ਪਰ ਕੱਟਾ ਨਹੀਂ ਟਲਦਾ ਸੀ। ਹੁਣ ਬਹੁਤ ਸਾਰੇ ਨੇਤਾ ਸਾਡੇ ਇਹੋ ਜਿਹੇ ਆ, ਜਿੰਨਾ ਮਰਜ਼ੀ ਰੋਕੀ ਜਾਓ, ਜਿੰਨੇ ਮਰਜ਼ੀ ਸਵਾਲ ਕਰੀ ਜਾਓ, ਪਰ ਉਹ ਉਦਾਂ ਦੀ ਗੱਲ ਫੇਰ ਕਰਨਗੇ। ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੇ ਟੋਏ ਪੱਟੇ,
5.5 ਮਹੀਨੇ ਪਹਿਲਾਂ 26 ਨਵੰਬਰ ਨੂੰ ਜਦੋਂ ਕਿਸਾਨ ਦਿੱਲੀ ਦੇ ਵੱਲ ਜਾ ਰਹੇ ਸੀ, ਬਾਰਡਰਾਂ ਦੇ ਵੱਲ, ਉਹਦੇ ਟੋਇਆਂ ਦੇ ਕਰਕੇ, ਉਹਦੇ ਅਥਰੂ ਗੈਸ ਦੇ ਗੋਲਿਆਂ ਦੇ ਕਰਕੇ, ਉਹਦੇ ਬੈਰੀਕੇਡਾਂ ਦੇ ਕਰਕੇ, ਉਹਦੇ ਭਰੇ ਹੋਏ ਜਿਹੜੇ ਆ ਮਿੱਟੀ ਦੇ ਟਿੱਪਰਾਂ ਦੇ ਕਰਕੇ ਕਿਸਾਨ ਅੰਦੋਲਨ ਇਸ ਪੱਧਰ ਤੱਕ ਪਹੁੰਚ ਗਿਆ। ਲੋਕਾਂ ਦੇ ਵਿੱਚ ਗੁੱਸਾ ਜਾਗਿਆ ਤੇ ਲੋਕ ਹੋਰ ਸਰਗਰਮ ਹੋ ਕੇ ਨਿੱਤਰੇ ਮੈਦਾਨ ਦੇ ਵਿੱਚ, ਤੇ ਟਲਿਆ ਹਲੇ ਵੀ ਨਹੀਂ। ਲੋਕਾਂ ਨੂੰ 4 ਦਿਨ ਪਹਿਲਾਂ ਖੱਟੜ ਹੋਰਾਂ ਨੇ ਇਹ ਗੱਲ ਕਹੀ ਕਿ ਜੀ ਕਰੋਨਾ ਬਹੁਤ ਫੈਲ ਗਿਆ ਤੇ ਕਿਸਾਨਾਂ ਦੇ ਕਰਕੇ ਕਰੋਨਾ ਫੈਲਿਆ, ਇਹ ਇੱਕ ਥਾਂ ਦੇ ਉੱਤੇ ਡੇਰੇ ਲਾਈ ਬੈਠੇ ਆ। ਸਾਡੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਇਹਨਾਂ ਨੇ ਆਉਣ ਜਾਣ ਕਰਕੇ ਕਰੋਨਾ ਫੈਲਾਤਾ। ਕਿਸਾਨਾਂ ਨੂੰ ਤਾਂ ਕਹਿੰਦੇ ਵੀ ਤੁਸੀਂ ਫੈਲਾਤਾ, ਤੇ ਆਪ ਤੁਸੀਂ ਕਿਉਂ ਨਹੀਂ ਉਹਨਾਂ ਨਿਯਮਾਂ ਦਾ ਪਾਲਣ ਕਰਦੇ? ਹਰਿਆਣੇ ਦੀ ਸਰਕਾਰ ਦਾ ਨਿਯਮ ਇਹ ਆ ਵੀ 11 ਤੋਂ ਵੱਧ ਲੋਕ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ, ਭਾਵੇਂ ਮਰਗ ਹੋਵੇ, ਭਾਵੇਂ ਵਿਆਹ ਹੋਵੇ, ਭਾਵੇਂ ਕੋਈ ਹੋਰ ਸਮਾਜਿਕ ਸਮਾਗਮ ਹੋਵੇ, ਕੋਈ ਜਨਤਕ ਹੋਵੇ ਪਹਿਰੇਦਾਰੀ। ਪਰ ਆਪ ਸੈਂਕੜੇ ਲੋਕਾਂ ਦਾ ਕਾਫਲਾ ਲੈ ਕੇ ਇਹਨਾਂ ਦੇ ਵੱਲੋਂ ਗੁਰੂਗ੍ਰਾਮ ਦੇ ਵਿੱਚ, ਹਿਸਾਰ ਦੇ ਵਿੱਚ ਤੇ ਪਾਣੀਪਤ ਦੇ ਵਿੱਚ ਕਰੋਨਾ ਹਸਪਤਾਲਾਂ ਦਾ ਉਦਘਾਟਨ ਕੀਤਾ ਜਾਂਦਾ। ਹਿਸਾਰ ਦੇ ਵਿੱਚ ਕਿਸਾਨ ਵੱਡੀ ਗਿਣਤੀ 'ਚ ਪਹੁੰਚ ਗਏ ਵਿਰੋਧ ਕਰਨ ਦੇ ਲਈ ਵੀ ਜਦੋਂ ਅਸੀਂ ਤੁਹਾਨੂੰ ਪਹਿਲਾਂ ਕਹੀ ਬੈਠੇ ਆ ਵੀ ਤੁਹਾਨੂੰ ਅਸੀਂ ਇੱਥੇ ਹਰਿਆਣੇ 'ਚ ਜਨਤਕ ਸਮਾਗਮ ਨਹੀਂ ਕਰਨ ਦੇਣੇ, ਤੁਹਾਡਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਸੀ, ਤੇ ਫਿਰ ਤੁਸੀਂ ਹੁਣ ਕਿਹੜੀ ਗੱਲੋਂ ਡਰਾਮੇ ਕਰਦੇ ਆ? ਤੇ ਉੱਥੇ ਪੁਲਿਸ ਦੇ ਵੱਲੋਂ ਅਤਿਆਚਾਰ ਕੀਤਾ ਗਿਆ, ਕਈ ਕਿਸਾਨ ਜ਼ਖਮੀ ਹੋਏ ਆ। ਕਿਸਾਨ ਇਹ ਗੱਲ ਕਹਿ ਚੁੱਕੇ ਹੁਣ ਫਿਰ ਇੱਕ ਵਾਰ ਵੀ ਅਸੀਂ ਇਹਨਾਂ ਨੂੰ ਪੰਜੀ ਦਾ ਭੌਣ ਦਿਖਾ ਕੇ ਜਾਵਾਂਗੇ। ਪਰ ਟਾਣਾ ਸਾਹਿਬ, ਸਵਾਲਾਂ ਦਾ ਸਵਾਲ ਤਾਂ ਇਹ ਹੈ ਨਾ ਕਿ ਜਿਹੜਾ ਇਹ ਕਹਿੰਦੇ ਨੇ ਕਿ ਕਿਸਾਨਾਂ ਨੇ ਫੈਲਾ ਦਿੱਤਾ ਕਰੋਨਾ, ਕਿਸਾਨ ਜਿਹੜੇ ਆ ਉਹਨਾਂ ਦੇ ਪਿੰਡਾਂ 'ਚ ਆਉਣ ਜਾਣ ਦਾ ਕਰਕੇ ਪਿੰਡਾਂ 'ਚ ਕਰੋਨਾ ਫੈਲ ਗਿਆ, ਤਾਂ ਕਿਸਾਨ ਕਿਹੜਾ ਸ਼ੌਂਕ ਨੂੰ ਬੈਠੇ ਨੇ? ਤੁਸੀਂ ਅੱਜ ਉਹਨਾਂ ਦੀਆਂ ਗੱਲਾਂ ਸੁਣੋ ਤੇ ਅੱਜ ਉੱਠ ਕੇ ਵਾਪਸ ਆਪਣੇ ਘਰਾਂ ਨੂੰ ਆ ਜਾਣਗੇ। ਖੱਟੜ ਸਾਹਿਬ ਆਪ ਜ਼ਿੰਮੇਵਾਰ ਆ ਕਰੋਨਾ ਫੈਲਾਉਣ ਦੇ ਲਈ। ਬਿਲਕੁਲ ਸਹੀ ਗੱਲ ਹੈ। ਹੁਣ ਦੇਖੋ, ਮੈਂ ਫੋਟੋ ਦੇਖੀ, ਉਹ ਫੋਟੋ ਦੇ ਵਿੱਚ, ਚਲੋ ਜਦੋਂ ਆਪਾਂ ਕਿਤੇ ਵੀ ਫੋਟੋ ਖਿੱਚਦੇ ਆ ਉਹਦੇ ਵਿੱਚ 25-30 ਜਣੇ ਵੱਧ ਤੋਂ ਵੱਧ ਆਉਂਦੇ ਆ। 37 ਜਣੇ ਉਹਨਾਂ ਦੀ ਫੋਟੋ ਦੇ ਵਿੱਚ ਮੈਂ ਗਿਣਿਆ, ਤੇ 11 ਲੋਕਾਂ ਦੀ ਉੱਥੇ ਪਾਬੰਦੀ ਲਾਈ ਵੀ ਆ, 11 ਤੋਂ ਵੱਧ ਨਹੀਂ ਆ ਸਕਦੇ। 37 ਲੋਕਾਂ ਦੇ ਵਿਚਾਲੇ ਖੜ ਕੇ ਫੀਤਾ ਕੱਟੀ ਜਾਂਦੇ ਆ, ਲੋਕ ਮਰ ਰਹੇ ਆ, ਤੁਹਾਨੂੰ ਸਿਹਰਾ ਲੈਣ ਦੀ ਦੌੜ ਪਈ ਹੈ। ਨਾਲੇ ਸਭ ਤੋਂ ਵੱਡੀ ਚੀਜ਼ ਇਹ, ਜੇ ਕਰੋਨਾ ਹਸਪਤਾਲਾਂ ਦਾ ਤੁਸੀਂ ਫੀਤਾ ਨਹੀਂ ਕੱਟੋਗੇ ਤਾਂ ਕੀ ਉੱਥੇ ਸਹੀ ਇਲਾਜ ਨਹੀਂ ਹੋਊਗਾ? ਤੁਹਾਨੂੰ ਇਸ ਸਮੇਂ ਦੇ ਵਿੱਚ ਇਹ ਕਹਿਣਾ ਚਾਹੀਦਾ ਹੈ ਕਿ ਜਿੰਨੇ ਹਸਪਤਾਲ ਬਣ ਗਏ ਬਹੁਤ ਵਧੀਆ, ਹੋਰ ਬਣਾਓ ਤੇ ਤੁਸੀਂ ਇਹਨਾਂ ਦੇ ਵਿੱਚ ਇਲਾਜ ਕਰਨਾ ਸ਼ੁਰੂ ਕਰ ਦਿਓ। ਇਹ ਤਾਂ ਸ਼ਰਮਨਾਕ ਗੱਲ ਆ ਵੀ ਲੋਕ ਲਗਾਤਾਰ ਮਰ ਰਹੇ ਆ, ਲਗਾਤਾਰ ਸਿਵੇ ਬਣ ਰਹੇ ਆ ਦਿਨ ਰਾਤ। ਇਸ ਵਕਤ ਗੰਗਾ ਨਦੀ ਵਿੱਚ ਲਾਸ਼ਾਂ ਤੈਰ ਰਹੀਆਂ, ਇਸ ਵਕਤ ਅੰਕੜੇ ਅੱਗੇ ਪਿੱਛੇ ਕੀਤੇ ਜਾ ਰਹੇ ਆ ਇੱਜ਼ਤਾਂ ਬਚਾਉਣ ਦੇ ਲਈ ਸਰਕਾਰਾਂ ਦੇ ਵੱਲੋਂ, ਤੇ ਤੁਸੀਂ ਹੁਣ ਕਰੋਨਾ ਦੇ ਕਹਿਰ ਦੇ ਵਿੱਚ ਜਾ ਕੇ ਫੀਤਾ ਕੱਟਦੇ ਹੋ ਤੇ ਨਾਲ ਮਜਮਾ ਲਾ ਕੇ ਫਿਰਦੇ ਹੋ। ਤੇ ਉਹੋ ਜਿਹੇ ਝੁੱਡੂ ਉਹ ਵੀ ਜਿਹੜੇ ਕਹਿੰਦੇ ਵੀ ਕਮਾਲ ਕਰਤੀ ਸਾਡੀ ਸਰਕਾਰ ਨੇ, ਤਾਂ ਪਤਾ ਨਹੀਂ ਕਾਦੀ ਕਮਾਲ ਕਰ ਦਿੱਤੀ, ਹੱਦ ਹੋ ਗਈ ਵੀ ਤੁਸੀਂ ਸਵਾਲ ਕਰਨ ਵਾਲਾ ਕੋਈ ਹੈ ਹੀ ਨਹੀਂ ਤੁਹਾਡੇ ਵਿੱਚੋਂ ਵੀ ਤੁਸੀਂ ਉਹਨਾਂ ਨੂੰ ਕਹੋ ਵੀ ਭਾਈ ਠੀਕ ਆ, ਤੁਹਾਡੇ ਆਪਣੇ ਸ਼ੌਂਕ ਆਪਣੀ ਥਾਂ ਤੇ ਹੋਣਗੇ, ਵੀ ਫੀਤਾ ਫੂਤਾ ਕੱਟਣ ਦਾ ਤੁਹਾਨੂੰ ਸ਼ੌਂਕ ਹੋਊਗਾ, ਪਰ ਘੱਟੋ ਘੱਟ ਜਿਹੜੇ ਨਿਯਮ ਤੁਸੀਂ ਆਪ ਬਣਾਏ ਨੇ ਉਹਨਾਂ ਦੇ ਬਾਰੇ ਤਾਂ ਸੋਚ ਲਓ। ਜੇ ਨਹੀਂ ਸਰਦਾ ਇਦਾਂ ਕਰੇ ਬਿਨਾ, ਜੇ ਤੁਸੀਂ ਸਿਹਰਾ ਹੀ ਲੈਣਾ ਤਾਂ ਜਿਵੇਂ ਆਨਲਾਈਨ ਅੱਗੇ ਗੱਲਾਂ ਬਾਤਾਂ ਕਰਦੇ ਆ ਵਰਚੁਅਲ ਤਰੀਕੇ ਦੇ ਨਾਲ, ਐਤਕੀ ਵੀ ਉਵੇਂ ਕਰ ਲਓ। ਤੁਸੀਂ ਤਾਂ ਫੀਤਾ ਹੀ ਕੱਟਣਾ, ਤੁਸੀਂ ਕਹੋ ਕਿਸੇ ਨੂੰ ਵੀ ਭਾਈ ਇੱਥੇ ਆਡੀਓ ਵੀਡੀਓ ਕੈਮਰਾ ਲਾ ਲਓ ਤੇ ਭਾਈ ਮੇਰਾ ਉੱਥੇ ਸੁਨੇਹਾ ਪਹੁੰਚਾ ਦਿਓ ਵੀ ਜੇ ਤੁਸੀਂ ਚਾਹੁੰਦੇ ਆ ਵੀ ਭਾਈ ਸਾਡੇ ਹਿੱਸੇ ਰਵੇ ਸਾਰਾ ਕੁਝ, ਅਸੀਂ ਆਹ ਕਰਤਾ, ਅਸੀਂ ਆਹ ਕਰਤਾ, ਤੇ ਫਿਰ ਤੁਹਾਡੇ ਕੋਲੇ ਤਰੀਕਾ ਇੱਕ ਇਹ ਵੀ ਸੀ, ਕਿਸਾਨ ਮਾੜੇ ਨਹੀਂ, ਕਿਸਾਨ ਤਾਂ ਸਿਰੜੀ ਆ। ਤੁਸੀਂ ਆਪ ਗਲਤ ਹੋ। ਜੇ ਤੁਸੀਂ ਕਿਤੇ 22 ਜਨਵਰੀ ਤੋਂ ਬਾਅਦ ਮੀਟਿੰਗ ਰੱਖੀ ਹੁੰਦੀ ਤਾਂ ਹੋ ਸਕਦਾ ਕਿਸਾਨ ਹੁਣ ਤੱਕ ਘਰਾਂ ਨੂੰ ਤੁਰ ਗਏ ਹੁੰਦੇ। ਅੱਜ ਵੀ ਕਿਸਾਨ ਇਹ ਗੱਲ ਕਹਿੰਦੇ ਵੀ ਤੁਸੀਂ ਸਾਡੇ ਮਸਲੇ ਹੱਲ ਕਰੋ, ਜੇ ਅਸੀਂ 24 ਘੰਟੇ ਬਾਅਦ ਇੱਥੇ ਬੈਠੇ ਹੋਏ ਫਿਰ ਤੁਸੀਂ ਸਾਨੂੰ ਕਸੂਰਵਾਰ ਕਿਉਂ? ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਜਦੋਂ ਕੋਈ ਕੰਮ ਕਰਦਾ ਨਾ ਤੇ ਉਸ ਕੰਮ ਦੇ ਬਾਰੇ ਚ ਲੋਕ ਜਾਣਦੇ ਹੁੰਦੇ ਆ ਵੀ ਇਹ ਫਲਾਣੇ ਨੇ ਕੰਮ ਕੀਤਾ ਹੈ, ਫਲਾਣੇ ਨੇ ਫੀਤਾ ਕੱਟਣ ਨਾਲ ਕੋਈ ਬਹੁਤੇ ਸਿਹਰੇ ਨਹੀਂ ਮਿਲ ਜਾਂਦੇ, ਲੋਕ ਸਭ ਜਾਣਦੇ ਨੇ। ਮੁੜ ਕੇ ਅੱਜ ਤੁਸੀਂ ਫੀਤੇ ਕੱਟਣ ਲਈ ਮੂਹਰੇ ਆ ਰਹੇ ਹੋ, ਮੁੜ ਕੇ ਤੁਸੀਂ ਇਹਨਾਂ ਗੱਲਾਂ ਦੇ ਪ੍ਰਚਾਰ ਦੇ ਉੱਪਰ ਕਰੋੜਾਂ ਅਰਬਾਂ ਰੁਪਈਆ ਖਰਚ ਦੋਗੇ ਤੇ ਲੋਕ ਵਿਚਾਰੇ ਕਿੱਥੇ ਜਾਣ? ਬਿਲਕੁਲ ਸਹੀ ਗੱਲ ਆ। ਸੋ ਬੇਨਤੀ ਇਹ ਆ ਵੀ ਕਿਸਾਨਾਂ ਨੂੰ ਮਾੜਾ ਕਹਿਣ ਤੋਂ ਪਹਿਲਾਂ ਇਹ ਸੋਚੋ ਵੀ ਆਪਾਂ ਆਪ ਕਿੰਨੇ ਕੁ ਚੰਗੇ ਆ। ਜਿਹੜੇ ਤੁਹਾਡੇ ਹੈਗੇ ਆ ਝੋਲੀ ਚੱਕ ਜੇ, ਉਹ ਤਾਂ ਇਹ ਗੱਲ ਕਹਿ ਦਿੰਦੇ ਆ ਕਿ ਦੇਖੋ ਜੀ ਸਾਡੀ ਸਰਕਾਰ 'ਚ ਸਭ ਕੁਝ ਚੰਗਾ। ਮੈਨੂੰ ਇੱਕ ਬੰਦਾ ਕਹਿੰਦਾ ਵੀ 70 ਵਰ੍ਹੇ ਤੱਕ ਜੋ ਕੁਝ ਨਹੀਂ ਸੀ ਹੋਇਆ ਉਹ ਹੁਣ ਕਰਕੇ ਦਿਖਾਇਆ। ਮੈਂ ਕਿਹਾ ਬਿਲਕੁਲ ਸਹੀ, ਏਦਾਂ ਹੋਇਆ ਨਹੀਂ ਸੀ। ਇੱਕ ਮੈਂ ਬੇਨਤੀ ਹੋਰ ਕਰਨੀ ਆ, ਏਦਾਂ ਕਰਿਓ ਵੀ ਨਾ। ਬਿਲਕੁਲ ਸਹੀ, ਪਰ ਮੰਨਦੇ ਹੀ ਨਹੀਂ। ਹਾਂ, ਨਾਲੇ ਉਹ 17 ਵਰਿਆਂ ਚ ਆਪਣੇ ਵਾਲੇ ਤਾਂ ਗਿਣ ਲਓ। ਤੁਸੀਂ 70 ਤੋਂ ਅੱਗੇ ਹੁੰਦੇ ਹੀ ਨਹੀਂ ਗਏ, ਵੈਸੇ ਵਰੇ ਵੱਧ ਗਏ ਆ। ਤੁਹਾਨੂੰ ਆਹ ਗੱਲ ਕਹਿੰਦੇ ਨੂੰ 6 ਸਾਲ ਹੋ ਗਏ ਆ। ਬਿਲਕੁਲ ਸਹੀ। ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਆ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਥਿੰਦਹੋਰੀ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੋ ਟਾਣਾ ਸਾਹਿਬ। ਨਾ ਤੁਸੀਂ ਕਰੋਗੇ? ਅੱਛਾ, ਹਾਂਜੀ ਮੈਂ ਕਰਾਂ। ਇੱਕ ਨਾ ਹਾਸੇ ਠੱਠੇ ਵਾਲੀ ਗੱਲ ਮੈਨੂੰ ਚੇਤੇ ਆਈ ਆ। ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਨਾ ਜਿਹੜਾ ਉਹ ਕਿਤੇ ਕਰੋਨਾ ਵੈਕਸੀਨ ਲੈਣ ਗਿਆ, ਟੀਕਾ ਲਵਾਉਣ ਗਿਆ। ਉਹਨੇ ਟੀਕਾ ਲਵਾਇਆ ਤੇ ਬਾਅਦ ਦੇ ਵਿੱਚ ਘਰਾਂ ਨੂੰ ਚਾਲੇ ਪਾਤੇ। ਘਰੇ ਪਹੁੰਚਣ ਸਾਰ ਹੀ ਉਹਨਾਂ ਡਾਕਟਰ ਨੂੰ ਦੁਬਾਰਾ ਫੋਨ ਕਰਤਾ, ਕਹਿੰਦਾ ਵੀ ਮੈਨੂੰ ਤਾਂ ਦਵਾਈ ਨਾ ਜਿਹੜੀ ਉਹ ਨੁਕਸਾਨ ਕਰ ਗਈ ਆ। ਕਿਵੇਂ? ਮੇਰੇ ਤੇ ਤਾਂ ਕੋਈ ਨਾ ਕੋਈ ਗਲਤ ਤੇਰਾ ਅਸਰ ਹੋ ਗਿਆ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਮੈਨੂੰ ਤਾਂ ਰਾਹ ਦੇ ਵਿੱਚ ਧੁੰਦਲਾ ਦੱਸਣ ਲੱਗ ਪਿਆ।
ਅੱਖਾਂ ਦੇ ਮੂਹਰੇ ਹਨੇਰਾ ਆ ਗਿਆ। ਜੀ। ਮੈਂ ਤਾਂ ਘਰੇ ਬੜੀ ਮੁਸ਼ਕਿਲ ਨਾਲ ਪਹੁੰਚਿਆ। ਮੈਨੂੰ ਲੱਗਦਾ ਵੀ ਬਹੁਤ ਵੱਡਾ ਸੰਕਟ ਆ ਗਿਆ, ਕੋਈ ਨਾ ਕੋਈ ਮੇਰਾ ਨੁਕਸਾਨ ਹੋਊਗਾ ਪੱਕਾ, ਮੇਰਾ ਕੁਛ ਨਾ ਕੁਛ ਕਰੋ, ਮੈਨੂੰ ਦੱਸੋ ਮੈਂ ਕੀ ਕਰਾਂ ਹੁਣ। ਕਹਿੰਦਾ ਵੀ ਜਿਹੜੇ ਪੈਰੀ ਗਿਆ ਨਾ ਉਹਨੇ ਪੈਰੀ ਵਾਪਸ ਆ ਜਾ। ਅੱਛਾ ਜੀ। ਉਹਨੇ ਜੀ ਬੰਦਾ ਲਿਆ ਨਾਲ ਗੁਆਂਢੀ ਤੇ ਡਾਕਟਰ ਕੋਲੇ ਵਾਪਸ ਚਲਾ ਗਿਆ। ਉਹ ਕਹਿੰਦਾ ਵੀ ਜਦੋਂ ਦਾ ਤੂੰ ਗਿਆ ਨਾ, ਆਹ ਨਰਸ ਨੇ ਜਿਹਨੇ ਟੀਕਾ ਲਾਇਆ ਸੀ ਇਹਦਾ ਵੀ ਉਹੀ ਹਾਲ ਆ, ਇਹਨੂੰ ਵੀ ਧੁੰਦਲਾ ਦਿਸਦਾ, ਝੌਲਾ ਪੈਂਦਾ, ਚੱਕਰ ਆਉਂਦੇ ਤਾਂ ਸਿਰ ਦੁਖਣ ਲੱਗ ਪਿਆ। ਕਹਿੰਦਾ ਕੀ ਗੱਲ ਹੋਈ? ਕਹਿੰਦਾ ਤੁਹਾਡੀਆਂ ਐਨਕਾਂ ਬਦਲ ਗਈਆਂ, ਇਹਦੀ ਵਾਲੀ ਐਨਕ ਤੂੰ ਲਾ ਕੇ ਲੈ ਗਿਆ, ਇਹ ਤੇਰੇ ਵਾਲੀ ਲਾਈ ਫਿਰਦੀ ਹੈ। ਟੀਕੇ ਦਾ ਕੋਈ ਕਸੂਰ ਟੀਕੇ ਦਾ ਕੋਈ ਕਸੂਰ ਨਹੀਂ। ਇਹ ਵੀ ਠੀਕ ਹੈ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਟਾਣਾ ਸਾਹਿਬ, ਪਰ ਇਸ ਵੇਲੇ ਨਾ ਲੋਕ ਜਿਹੜੇ ਆ, ਮੈਂ ਇੱਕ ਰਿਪੋਰਟ ਪੜ੍ਹ ਰਹੀ ਸੀ ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਕਿ ਲੋਕ ਜਿਹੜੇ ਨੇ ਉਹ ਟੀਕਾ ਲਵਾਉਣ ਤੋਂ ਬਹੁਤ ਜ਼ਿਆਦਾ ਡਰ ਰਹੇ ਨੇ। ਲੋਕ ਉਹਨੇ ਜਾਗਰੂਕ ਨਹੀਂ ਹੋਏ ਹੈਗੇ, ਲੋਕ ਉਹਨਾਂ ਅੱਗੇ ਨਹੀਂ ਆ ਰਹੇ ਟੀਕੇ ਲਵਾਉਣ ਲਈ। ਇੱਕ ਤਾਂ ਕਰੀਏ ਕਿ ਜਦੋਂ ਕੋਈ ਬੰਦਾ ਮਨ ਬਣਾ ਕੇ ਟੀਕਾ ਲਵਾਉਣ ਲਈ ਜਾਂਦਾ ਆ ਤੇ ਉਸ ਵੇਲੇ ਮੂਹਰੇ ਤਾਲਾ ਲੱਗਿਆ ਹੁੰਦਾ ਵੀ ਇੱਥੇ ਜੀ ਵੈਕਸੀਨ ਮੁੱਕ ਗਈ। ਪਿਛਲੇ ਦਿਨੀ ਦਿੱਲੀ ਹਾਈ ਕੋਰਟ ਨੇ ਕੇਂਦਰ ਦੀ ਸਰਕਾਰ ਨੂੰ ਲਾਹਣਤਾਂ ਪਾਈਆਂ, ਕਿਤੇ 2-2 3-3 ਮਣ ਦੀਆਂ ਪੰਡਾਂ ਇੱਥੇ ਸਰਕਾਰ ਨੇ ਸਿਰ ਤੇ ਰੱਖੀਆਂ ਲਾਹਣਤਾਂ ਦੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ कोई किसी को फोन करना भारत च आप कोरोना वैक्सीन लगवाइएगा, दूसरी डोज भी ले लीजिएगा, दूसरों को जागरूक करिएगा, ऐसे करिएगा। तो सरकार नूं उन्होंने ये गल कही है भी जेकर तुहाडे कोले वैक्सीन ही है नहीं तो फिर तुसीं लोकां दे विच प्रचार क्यों करदे हैं? पहलां तुसीं ये दसो भी तुहाडे कोले पूरी मात्रा च है। ਹੁਣ ਤੁਸੀਂ ਕਹਿੰਦੇ ਸਪੂਤਨਿਕ ਮੰਗਾ ਰਹੇ ਆ, ਉਹ ਕਹਿੰਦੇ ਵੀ ਰਸ਼ੀਆ ਦੀ ਹੈ, ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਵੀ ਕਾਮਰੇਡ ਤਾਂ ਬਹੁਤ ਮਾੜੇ ਹੁੰਦੇ ਹਨ, ਹੁਣ ਰਸ਼ੀਆ ਵਾਲੀ ਦਵਾਈ ਵੀ ਨਾ ਲਿਓ। ਬਿਲਕੁਲ ਸਹੀ, ਕਿਉਂਕਿ ਉਹ ਵੀ ਉੱਥੋਂ ਹੀ ਆ ਰਹੀ ਹੈ। ਦੇਖੋ ਗੱਲ ਇਹ ਹੈ ਟਾਣਾ ਸਾਹਿਬ, ਲੋਕ ਬਹੁਤ ਪਰੇਸ਼ਾਨੀ ਦੇ ਵਿੱਚ ਨੇ। ਬਹੁਤ ਸਾਰੇ ਵੈਕਸੀਨੇਸ਼ਨ ਸੈਂਟਰ ਜਿਹੜੇ ਉਹ ਬੰਦ ਕਰ ਦਿੱਤੇ ਗਏ ਕਿਉਂਕਿ ਉੱਥੇ ਦਵਾਈ ਹੀ ਨਹੀਂ ਹੈਗੀ, ਤਾਂ ਖੋਲ ਕੇ ਵੀ ਕੀ ਕਰਨ, ਹਨਾ। 32 ਤੋਂ 35 ਸੈਕਿੰਡ ਰੋਜ਼ ਇਹ ਬੀਬੀ ਦਿਮਾਗ ਖਾ ਲੈਂਦੀ ਹੈ ਕਿ ਤੁਸੀਂ ਕਰੋਨਾ ਵੈਕਸੀਨ ਲਵਾਓ, ਇਹ ਕਰੋ ਉਹ ਕਰੋ। ਬੰਦਾ ਉਨੀ ਦੇਰ ਨੂੰ ਉਹ ਕੰਮ ਭੁੱਲ ਜਾਂਦਾ ਜਿਹੜੇ ਕੰਮ ਲਈ ਫੋਨ ਕੀਤਾ ਹੁੰਦਾ। ਬੰਦਾ ਇੰਨਾ ਕਲਪ ਜਾਂਦਾ ਨਾ, ਕਈ ਵਾਰ ਕਿਸੇ ਨੂੰ ਕਾਲੀ ਹੁੰਦੀ ਹੈ ਵੀ ਮੈਂ ਕਾਲੀ ਕੋਈ ਕੰਮ ਕਰਨਾ ਹੈ, ਕਿਸੇ ਨੂੰ ਕੋਈ ਐਮਰਜੈਂਸੀ ਪੈ ਗਈ, ਕਿਸੇ ਨੂੰ ਕੋਈ ਹੋਰ ਕੰਮ ਆ, ਤੇ ਪਹਿਲਾਂ 32 ਸੈਕਿੰਡ ਉਹ ਬੀਬੀ ਨੂੰ ਸੁਣਨਾ ਪੈਂਦਾ ਵੀ ਇਦਾਂ ਹੋ ਗਿਆ ਉਦਾਂ ਹੋ ਗਿਆ, ਦਵਾਈ ਵੀ ਕਢਾਈ ਵੀ ਪਤਾ ਨਹੀਂ ਕੀ ਉਹ ਕਹਿੰਦੀ ਰਹਿੰਦੀ ਹੈ। ਤੇ ਉਸ ਤੋਂ ਬਾਅਦ ਸੱਚੀ ਬਹੁਤ ਖਿੱਚ ਚੜ੍ਹਦੀ ਹੈ ਵੀ ਠੀਕ ਹੈ ਲੋਕ ਜਾਗਰੂਕ ਹੋਣੇ ਚਾਹੀਦੇ ਨੇ, ਪਰ ਸਾਰੇ ਮੁਲਕਾਂ 'ਚ ਕਿਤੇ ਉਹਨਾਂ ਨੇ ਆ ਟਿਊਨਾਂ ਲਾ ਕੇ ਜਾਗਰੂਕ ਕੀਤੇ ਨੇ। ਸਾਰੇ ਮੁਲਕਾਂ 'ਚ ਇਹ ਕੁਝ ਨਹੀਂ ਹੋਇਆ। ਸਾਡੇ ਦੇਸ਼ ਦੇ ਵਿੱਚ ਕਾਗਜ਼ੀ ਪੱਤਰ ਬਹੁਤ ਕੰਮ ਹੁੰਦੇ ਆ ਜੀ, ਤਜਰਬੇ ਦੇ ਤੌਰ ਤੇ, ਪ੍ਰੈਕਟੀਕਲ ਤੌਰ ਤੇ, ਜ਼ਮੀਨੀ ਤੌਰ ਤੇ ਭਾਵੇਂ ਨਾ ਹੋਣ, ਪਰ ਕਾਗਜ਼ਾਂ ਦੇ ਵਿੱਚ ਆਪਾਂ ਪੂਰੇ ਸੂਤ ਰਹਿੰਦੇ ਆ। ਦੇਖੋ ਜੀ, ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਾਰਲ ਟਿਊਨ ਲਾਤੀ, ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਖਬਾਰ ਦੇ ਵਿੱਚ ਇਸ਼ਤਿਹਾਰ ਲਵਾਤਾ। ਹੁਣ ਦੇਖੋ ਪੰਜਾਬ ਦੀ ਗੱਲ ਆ, ਪੰਜਾਬ ਦੇ ਪਿੰਡਾਂ ਦੇ ਵਿੱਚ ਕਰੋਨਾ ਫੈਲਿਆ ਹੋਇਆ। ਕਈ ਪੰਜਾਬ ਦੇ ਪਿੰਡ ਇਹੋ ਜਿਹੇ ਆ ਜਿੱਥੇ ਕਿ ਹੁਣ ਤੱਕ ਦਰਜਨਾਂ ਮੌਤਾਂ ਹੋ ਗਈਆਂ ਕੁਝ ਪਿੰਡਾਂ ਦੇ ਵਿੱਚ, ਪਰ ਉਹਨਾਂ ਪਿੰਡਾਂ ਦੇ ਵਿੱਚ ਕੋਈ ਜਾਗਰੂਕ ਕਰਨ ਹੀ ਨਹੀਂ ਜਾਂਦਾ। ਸਰਕਾਰਾਂ ਕਹੀ ਜਾਂਦੀਆਂ, ਕੇਂਦਰ ਦੀ ਸਰਕਾਰ ਕਹਿੰਦੀ ਅਸੀਂ ਟੈਸਟ ਕਰਵਾ ਰਹੇ ਆ, ਤੇ ਟੈਸਟ ਤਾਂ ਘਟਾਏ ਆ ਇਹਨਾਂ ਨੇ ਵੀ ਕਰੋਨਾ ਦੇ ਕੇਸ ਘੱਟ ਨਜ਼ਰ ਆਉਣ। ਤੇ ਹਾਲੇ ਜਿਸ ਤਰੀਕੇ ਦੇ ਨਾਲ ਸਿਹਤ ਮਾਹਰ ਦੱਸਦੇ ਆ, ਵੱਡੇ ਵੱਡੇ ਵਿਗਿਆਨੀ ਦੱਸ ਰਹੇ ਆ, ਉਹ ਕਹਿੰਦੇ ਵੀ ਸਤੰਬਰ ਤੱਕ ਭਾਰਤ ਦੇ ਵਿੱਚ ਤੀਜੀ ਲਹਿਰ ਆਉਣ ਦੀ ਸੰਭਾਵਨਾ। ਤੇ ਜੇਕਰ ਉਹ ਲਹਿਰ ਆ ਗਈ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਊਗਾ। ਤੇ ਸਾਡੇ ਕੋਲੋਂ ਪਹਿਲੀ ਲਹਿਰ ਤੋਂ ਬਾਅਦ ਦੂਜੀ ਤੱਕ ਪ੍ਰਬੰਧ ਨਹੀਂ ਹੋਏ, ਤੇ ਹੁਣ ਦੂਜੀ ਤੋਂ ਆਪਾਂ ਤੀਜੀ ਤੱਕ ਕਿਵੇਂ ਪ੍ਰਚਾਰ ਕਰਨਾ ਤੇ ਕਿਵੇਂ ਆਪਾਂ ਪ੍ਰਬੰਧ ਕਰਨੇ, ਇਹਦੇ ਬਾਰੇ ਆਪੇ ਹਿਸਾਬ ਲਾ ਲਓ ਜੀ। ਪਰ ਗੱਲ ਇਹ ਹੈ ਨਾ ਟਾਣਾ ਸਾਹਿਬ, ਇਹ ਜਿਹੜੇ ਪ੍ਰਬੰਧ ਕਰਨੇ ਆ ਇਕੱਲੇ ਦਿਲ ਦੀਆਂ ਗੱਲਾਂ ਕਰਨ ਦੇ ਨਾਲ ਜਾਂ ਇਕੱਲੇ ਭਾਸ਼ਣ ਦੇਣ ਦੇ ਨਾਲ ਪ੍ਰਬੰਧ ਨਹੀਂ ਹੋਣੇ, ਜ਼ਮੀਨੀ ਪੱਧਰ ਤੇ ਵੀ ਕੰਮ ਕਰਨਾ ਪਊਗਾ ਲੋਕਾਂ ਤੱਕ। ਜੇ ਹੁਣ ਮਸਾਂ ਲੋਕ ਜਾਗਰੂਕ ਹੋਏ ਨੇ, ਜੇ ਅੱਗੇ ਆਏ ਨੇ ਟੀਕਾ ਲਵਾਉਣ ਦੇ ਲਈ, ਵੈਕਸੀਨੇਸ਼ਨ ਕਰਵਾਉਣ ਦੇ ਲਈ, ਤਾਂ ਫਿਰ ਤੁਹਾਨੂੰ ਦਵਾਈ ਦਾ ਵੀ ਪੁਖਤਾ ਪ੍ਰਬੰਧ ਕਰਨਾ ਪਊਗਾ। ਇਹ ਨਹੀਂ ਆਪਣੇ ਵਾਲੀ ਦਵਾਈ ਜਿਹੜੀ ਆ ਉਹ ਬਾਹਰ ਭੇਜਤੀ, ਬਾਹਰੋਂ ਜਿਹੜੀ ਦੂਜਿਆਂ ਦੀ ਦਵਾਈ ਆ ਉਹ ਇੱਧਰ ਮੰਗਵਾ। ਐ ਨਹੀਂ ਕਹਿਣਾ, ਕਿਉਂ? ਇਹ ਬਹੁਤ ਗਲਤ ਗੱਲ ਆ। ਕੀ ਹੋਇਆ? ਐ ਕਹਿਣ ਦੇ ਚੱਕਰ ਦੇ ਵਿੱਚ ਹੀ 25 ਬੰਦੇ ਤੇ ਦਿੱਲੀ ਪਰਚਾ ਦਰਜ ਹੋਇਆ। ਉਹਨਾਂ ਵਿਚਾਰਿਆਂ ਦਾ ਕਸੂਰ ਪਤਾ ਕੀ ਸੀ? ਉਹ ਕੰਧਾਂ ਦੇ ਉੱਤੇ ਪੋਸਟਰ ਲਾ ਕੇ ਆਏ ਵੀ ਸਾਡੇ ਬੱਚਿਆਂ ਦੀ ਵੈਕਸੀਨ ਤੁਸੀਂ ਬਾਹਰਲੇ ਮੁਲਕਾਂ ਨੂੰ ਕਿਉਂ ਭੇਜੀ, ਤੇ ਦਿੱਲੀ ਦੀ ਪੁਲਿਸ ਨੇ ਇਸੇ ਗੱਲ ਨੂੰ ਗਲਤ ਮੰਨ ਲਿਆ। ਸੱਚ ਬੋਲਣਾ ਗੁਨਾਹ ਇੱਥੇ। ਅੱਛਾ ਜੀ। ਹਾਂ, ਐ ਨਹੀਂ ਕਹਿਣਾ। ਓਹੋ, ਜੱਜ ਦਾ ਵਿਚਾਰ। ਹਰਮਨ ਜੀ, ਮਾੜਾ ਮੋਟਾ ਹਾਸਾ ਖੇਡਾ ਵੀ ਕਰ ਲਈਏ। ਕਰ ਲਓ। ਹਾਂ, ਵੈਸੇ ਨਾ ਕਿਸੇ ਨੂੰ ਐਵੇਂ ਨਾ ਕੋਈ ਲੱਗੇ, ਲੱਗ ਜਾਂਦਾ ਹੁੰਦਾ ਉਹਦਾ। ਚਲੋ ਕੋਈ ਗੱਲ ਨਹੀਂ ਟਾਣਾ ਸਾਹਿਬ, ਦੁਨੀਆ 'ਚ ਕੀ ਹੋਈ ਜਾਂਦਾ ਹੈ, ਹੱਸੀ ਜਾਂਦੇ ਆ। ਥੋੜਾ ਜਿਹਾ ਮਾਹੌਲ ਬਦਲਣਾ ਚਾਹੀਦਾ ਇਸ ਵੇਲੇ। ਕੱਲੀ ਚਿੰਤਾ ਕਰਨ ਦੇ ਨਾਲ, ਰੋਣ ਦੇ ਨਾਲ ਮਸਲੇ ਹੱਲ ਨਹੀਂ ਹੋਣਗੇ। ਹਾਂ, ਹਾਸਾ ਖੇਡਾਂ ਕਰਕੇ ਮਨ ਥੋੜਾ ਜਿਹਾ ਹੋਰ ਹੋ ਜਾਂਦਾ। ਸਾਡਾ 6.25 ਸਾਲ ਤੋਂ ਮਜ਼ਾਕ ਉਡਾਈ ਜਾਂਦੇ ਆ, ਤੇ ਕੋਈ ਮਸਲਾ ਹੱਲ ਹੋਇਆ? ਅਸੀਂ ਤਾਂ ਮਜ਼ਾਕ ਵੀ ਨਹੀਂ ਉਡਾਉਂਦੇ, ਉਸ ਤਾਂ ਗੱਲਬਾਤ ਹੀ ਕਰਦੇ ਆ। ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਨਾ ਡਾਕਟਰ ਕੋਲੇ ਚਲਾ ਗਿਆ, ਕਹਿੰਦਾ ਜੀ ਮੈਂ ਕਰੋਨਾ ਤੋਂ ਬਚਾਅ ਦੇ ਲਈ ਬਹੁਤ ਸਾਰੇ ਪ੍ਰਬੰਧ ਕਰ ਰਿਹਾ। ਕਹਿੰਦਾ ਕੀ? ਕਹਿੰਦਾ ਤੜਕੇ ਉੱਠ ਕੇ ਮੈਂ ਗਲੋ ਪੀਣਾ। ਅੱਛਾ ਜੀ। ਕਹਿੰਦਾ ਮੈਂ ਤੁਲਸੀ, ਅਦਰਕ, ਹਲਦੀ, ਫਲਾਣੀ ਟਿੰਗੜੀ ਚੀਜ਼ ਪਾ ਕੇ ਕਾੜਾ ਬਣਾ ਕੇ ਵਾਰ-ਵਾਰ ਪੀਣਾ, ਦਿਨ ਦੇ ਵਿੱਚ 10 ਵਾਰੀ। ਕਹਿੰਦਾ ਮੈਂ ਦਿਨ ਦੇ ਵਿੱਚ 15-18 ਵਾਰ ਤੱਤਾ ਪਾਣੀ ਉੱਦਾਂ ਪੀਣਾ। ਕਹਿੰਦਾ ਘੱਟੋ ਘੱਟ 20 ਵਾਰੀ ਮੈਂ 25 ਵਾਰੀ ਦਿਨ ਦੇ ਵਿੱਚ ਹੱਥ ਧੋਣਾ। ਕਹਿੰਦਾ ਮੈਂ ਦੋਨੋਂ ਡੋਜ਼ ਲਵਾ ਲਈਆਂ। ਕਹਿੰਦਾ ਵੀ ਹੁਣ ਮੈਂ ਘਰੇ ਕਿਸੇ ਨੂੰ ਵੜਨ ਨਹੀਂ ਦਿੰਦਾ, ਤੇ ਮੈਂ ਅਖਬਾਰ ਵੀ ਬੰਦ ਕਰਵਾਤਾ ਵੀ ਕਈਆਂ ਨੂੰ ਹੱਥ ਲੱਗੇ ਹੁੰਦੇ ਉਹਦੇ,
ਤੇ ਕਹਿੰਦਾ ਮੈਂ ਹੁਣ ਜਿਹੜੀ ਚੀਜ਼ ਖਰੀਦਦਾ ਉਹ ਵੀ ਆਨਲਾਈਨ ਹੀ ਆ ਤੇ ਜਿਹੜੀ ਮੈਂ ਪੇਮੈਂਟ ਕਰਦਾ ਉਹ ਵੀ ਆਨਲਾਈਨ ਹੀ ਆ। ਕਹਿੰਦਾ ਵੀ ਮੈਂ ਤਾਂ ਆਪਦੇ ਬੱਚਿਆਂ ਤੋਂ ਵੀ ਦੂਰੀ ਬਣਾ ਕੇ ਰੱਖਦਾ, ਮੈਂ ਤਾਂ ਕਿਸੇ ਰਿਸ਼ਤੇਦਾਰ ਨੂੰ ਮਿਲਣ ਨਹੀਂ ਜਾਂਦਾਗਾ, ਮੈਂ ਸਾਰੇ ਨਿਯਮ ਇੰਨੇ ਕੁ ਪਾਲਣ ਕਰਦਾ ਵੀ ਹੁਣ ਦੱਸੋ ਵੀ ਮੈਨੂੰ ਹੋਰ ਕੀ ਕਰਨਾ ਚਾਹੀਦਾ। ਕਹਿੰਦਾ ਬੇਫਿਕਰ ਰਹੇ, ਹੁਣ ਜੇ ਤੂੰ ਮਰਿਆ ਧੁੰਨੀ 'ਚ ਤੀਰ ਨਾਲ ਹੀ ਮਰੇਗਾ, ਉੱਦਾਂ ਤੇਰਾ ਕੰਮ ਔਖਾ। ਬੰਦੇ ਨੂੰ ਖਿਆਲ ਰੱਖਣਾ ਚਾਹੀਦਾ ਆਪਣਾ, ਇਹ ਬਹੁਤ ਜ਼ਰੂਰੀ ਹੈ ਇਸ ਵੇਲੇ। ਪਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਟਾਣਾ ਸਾਹਿਬ, ਜਿਹੜਾ ਸੱਚ ਬੋਲਣ ਤੋਂ ਤੁਸੀਂ ਮੈਨੂੰ ਰੋਕਿਆ, ਉਹ ਗੱਲ 'ਚ ਅੱਗੇ ਆਪਾਂ ਜੋ ਹੋਰ ਨਵੀਂ ਅਪਡੇਟ ਆਈ ਹੈ, ਕਹਿ ਲਓ ਜੋ ਨਵੀਂ ਅਪਡੇਟ ਨਵੀਂ ਜਾਣਕਾਰੀ ਜਿਹੜੀ ਹਾਸਲ ਹੋਈ ਆ ਉਹਦੀ ਗੱਲ ਕਰ ਲਈਏ ਕਿ ਇਸ ਵੇਲੇ ਆ ਜਿਹੜੀ ਤੁਸੀਂ ਕੰਧਾਂ ਤੇ ਪੋਸਟਰ ਲਾਉਣ ਦੀ ਗੱਲ ਕੀਤੀ ਸੀ ਕਿ ਉੱਥੇ ਲੋਕਾਂ ਨੇ ਸਵਾਲ ਕੀਤਾ ਕਿ ਸਾਡੇ ਬੱਚਿਆਂ ਦੀ ਵੈਕਸੀਨ ਤੁਸੀਂ ਕਿਉਂ ਬਾਹਰਲੇ ਮੁਲਕਾਂ ਨੂੰ ਭੇਜ ਦਿੱਤੀ, ਉਹਨਾਂ ਦੇ ਉੱਪਰ ਪਰਚਾ ਦਰਜ ਹੋ ਗਿਆ। ਤੇ ਹੁਣ ਆਮ ਆਦਮੀ ਪਾਰਟੀ ਅੱਗੇ ਆਈ ਹੈ, ਉਹਨਾਂ ਨੇ ਨਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਪਾਰਟੀਆਂ ਜਿਹੜੀਆਂ ਉਹ ਅੱਗੇ ਆਈਆਂ ਨੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਫੋਟੋਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਪੋਸਟਰ ਲਾਉਣੇ ਸ਼ੁਰੂ ਕਰਤੇ ਜੀ। ਉਹ ਜਿਹੜੇ ਪੋਸਟਰ ਨੇ ਉਹ ਲਾਉਣੇ ਸ਼ੁਰੂ ਕਰ ਦਿੱਤੇ। ਉਹ ਕਹਿੰਦੇ ਵੀ ਅਸੀਂ ਤੁਸੀਂ ਮੰਨ ਲਓ ਵੀ ਇਹ ਸਾਡੇ ਹੀ ਲੋਕ ਨੇ ਜਿਨ੍ਹਾਂ ਨੇ ਪੋਸਟਰ ਲਾਏ, ਅਸੀਂ ਵੀ ਇਹੀ ਕਹਿੰਦੇ ਆ ਜੀ ਵੀ ਪਰਚੇ ਕਿਉਂ ਦਰਜ ਕੀਤੇ ਨੇ ਇਹਨਾਂ ਦੇ ਉੱਪਰ। ਦੇਖੋ ਗੱਲ ਇਹ ਆ ਵੀ ਕੰਧਾਂ ਦੇ ਉੱਤੇ ਪੋਸਟਰ ਤਾਂ ਲੱਗਦੇ ਰਹੇ ਆ, ਕਦੇ ਆਪਦੇ ਪ੍ਰਚਾਰ ਦੇ ਲਈ ਤੇ ਕਦੇ ਦੂਜੇ ਦੀ ਬਦਨਾਮੀ ਦੇ ਲਈ। ਆ ਦੇਖੋ ਸਨੀ ਦਿਓਲ ਦੇ ਕਿੰਨੇ ਪੋਸਟਰ ਲੱਗਦੇ ਆ ਗੁਰਦਾਸਪੁਰ ਦੇ ਵਿੱਚ ਕਿ ਉਹ ਗੁੰਮਸ਼ੁਦਾ, ਉਹਨੂੰ ਲੱਭਣਾ ਜੀ। ਰਾਹੁਲ ਗਾਂਧੀ ਦੇ ਵਾਇਨਾਡ ਖੇਤਰ ਦੇ ਵਿੱਚ ਕਿੰਨੇ ਵਾਰ ਲੱਗੇ ਆ। ਪਿਛਲੇ ਦਿਨੀ ਰਵਨੀਤ ਬਿੱਟੂ ਦੇ ਖਿਲਾਫ ਪੋਸਟਰ ਲਾਤੇ ਸੀਗੇ ਲੁਧਿਆਣੇ ਦੀਆਂ ਕੰਧਾਂ ਦੇ ਉੱਤੇ ਵੀ ਇਹ ਵੀ ਗਾਇਬ ਆ। ਨਵਜੋਤ ਸਿੱਧੂ ਦੇ ਖਿਲਾਫ ਜਿਹੜੇ ਪੋਸਟਰ ਲੱਗਦੇ ਰਹਿੰਦੇ ਆ ਅੰਮ੍ਰਿਤਸਰ ਦੀਆਂ ਕੰਧਾਂ ਦੇ ਉੱਤੇ। ਸੋ ਇਦਾਂ ਦਾ ਕੁਝ ਕਈ ਲੋਕ ਕਰਦੇ ਆ, ਪਰ ਬੇਨਤੀ ਇਹ ਆ ਜਿਹਨੂੰ ਜਿੱਥੋਂ ਚੁਣਿਆ ਉਹ ਉੱਥੇ ਹਾਜ਼ਰ ਨਾਜ਼ਰ ਰਵੇ ਤੇ ਬਾਅਦ ਦੇ ਵਿੱਚ ਉਰਲੀਆਂ ਪਰਲੀਆਂ ਗੱਲਾਂ ਕਰੇ। ਜੇਕਰ ਸੰਕਟ ਦੇ ਵਿੱਚ ਕੰਮ ਨਹੀਂ ਆਉਂਦਾ ਫਿਰ ਤੁਹਾਨੂੰ ਕਿਸੇ ਫੋੜੇ ਤੇ ਰਗੜ ਕੇ ਲਾਉਣਾ। ਦੂਜੀ ਗੱਲ ਇਹ ਆ ਵੀ ਜਿਹੜੇ ਪੋਸਟਰ ਲੱਗੇ ਆ ਨਾ, ਇਹਨਾਂ ਦੇ ਵਿੱਚ ਗਲਤੀ ਕੋਈ ਨਹੀਂ। ਇੱਕ ਸਵਾਲ ਆ, ਤਹਿਜ਼ੀਬ ਦੇ ਨਾਲ ਕੀਤਾ ਗਿਆ ਸਵਾਲ ਆ ਵੀ ਸਾਡੀ ਵੈਕਸੀਨ ਬਾਹਰਲੇ ਮੁਲਕਾਂ ਨੂੰ ਕਿਉਂ ਗਈ, ਤੇ ਬਾਅਦ ਦੇ ਵਿੱਚ ਆਪਾਂ ਬਾਹਰਲੇ ਮੁਲਕਾਂ ਤੋਂ ਮਦਦ ਮੰਗਦੇ ਆ ਵੀ ਸਾਨੂੰ ਰਸ਼ਗਾਲੀ ਭੇਜੋ। ਵੀ ਸਾਡਾ ਰੌਲਾ ਕੀ ਆ? ਜੇ ਮੰਨ ਲਓ ਆਪਣੇ ਘਰ ਦੇ ਵਿੱਚ ਕੋਈ ਦਾਲ ਦੀ ਕੌਲੀ ਲੈਣ ਆਵੇ, ਆਪਾਂ ਉਹਨਾਂ ਨੂੰ ਇਹ ਕਹਿੰਦੇ ਵੀ ਭਾਈ ਤੂੰ ਥੋੜੀ ਜਿਹੀ ਲੈ ਜਾ, ਅੱਜ ਅਸੀਂ ਬਣਾਈ ਨਹੀਂ, ਰਾਤ ਵਾਲੀ ਆ, ਵੀ ਸਾਡਾ ਆਪਦਾ ਮੁਸ਼ਕਿਲ ਨਾਲ ਸਰਨਾ। ਤੇ ਜੇ ਸਾਡੇ ਕੋਲੇ ਵਾਧੂ ਹੋਵੇ ਅਸੀਂ ਕਹਿੰਦੇ ਵੀ 2 ਕੌਲੀਆਂ ਲੈ ਜਾ। ਐਵੇਂ ਹੁੰਦਾ ਘਰਾਂ ਦੇ ਵਿੱਚ ਵੀ। ਪਰ ਦੇਸ਼ ਦੇ ਵਿੱਚ ਲੋੜ ਹੋਵੇ ਤੇ ਆਪਾਂ ਬਾਹਰਲਿਆਂ ਨੂੰ ਮਦਦ ਕਰੀਏ ਤੇ ਬਾਅਦ ਦੇ ਵਿੱਚ ਤਰਲਾ ਮਾਰ ਕੇ ਹੁਣ ਤੁਸੀਂ ਸਾਡੇ ਵਾਲੇ ਪਾਸੇ ਆ ਜਾਓ। ਇਹ ਤਾਂ ਉਹ ਗੱਲ ਆ ਵੀ ਇੱਕ ਬਿਲਕੁਲ ਕਮਜ਼ੋਰ ਬੰਦਾ ਉਹ ਕਹਿੰਦਾ ਜੀ ਮੈਂ ਖੂਨਦਾਨ ਕਰਨਾ, ਡਾਕਟਰ ਕਹਿੰਦਾ ਭਰਾਵਾ ਤੇਰੀ 1 ਬੋਤਲ ਕੱਢਾਂਗੇ 5 ਤੇਰੇ ਲਾਉਣੀਆਂ ਪੈਣੀਆਂ। ਉਹ ਗੱਲ ਹੋਈ ਪਈ ਆ, ਪਰ ਇਸ ਗੱਲ ਨੂੰ ਬਰਦਾਸ਼ਤ ਕਰਕੇ ਨਹੀਂ ਰਾਜ਼ੀ। ਹੁਣ ਦਿੱਲੀ ਦੀ ਪੁਲਿਸ ਤਾਂ ਪਰਚੋ ਪਰਚੀ ਹੋਈ ਪਈ ਆ, ਪਰ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸੋਸ਼ਲ ਮੀਡੀਆ ਤੇ ਪੋਸਟਰ ਪਾਏ ਆ ਤੇ ਇਹ ਗੱਲ ਕਹੀ ਆ ਵੀ ਅਸੀਂ ਵੀ ਸਵਾਲ ਕਰਦੇ ਆ ਵੀ ਸਾਡੀ ਵੈਕਸੀਨ ਬਾਹਰ ਕਿਉਂ ਗਈ, ਸਾਡੇ ਤੇ ਵੀ ਪਰਚਾ ਕਰੋ। ਨਾਲੇ ਟੈਣਾ ਸਾਹਿਬ ਗੱਲ ਇਹ ਵੀ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਵੀ ਅਸੀਂ ਤਹਿਜ਼ੀਬ ਦੇ ਨਾਲ ਆਪਣੀ ਗੱਲ ਰੱਖ ਸਕਦੇ ਆ। ਇਹ ਕੋਈ ਮਾੜੀ ਗੱਲ ਥੋੜੀ ਆ। ਉਹਨਾਂ ਨੇ ਕੋਈ ਗਾਲ ਥੋੜੀ ਕੱਢੀ ਆ ਜਾਂ ਕਿਸੇ ਨੂੰ ਕੋਈ ਗਲਤ ਚੀਜ਼ ਥੋੜੀ ਕਹੀ, ਇੱਕ ਸਵਾਲ ਪੁੱਛਿਆ ਹੈ ਤੇ ਜੇ ਤੁਸੀਂ ਆਪਣੀ ਥਾਂ ਦੇ ਉੱਪਰ ਸਹੀ ਹੋ ਤਾਂ ਤੁਸੀਂ ਆ ਕੇ ਤੇ ਉਸ ਸਵਾਲ ਦਾ ਜਵਾਬ ਦੇ ਦਿਓ, ਹੈਨਾ। ਇਹ ਪਰਚਿਆਂ ਵਾਲਾ ਕੰਮ ਤੇ ਇੱਕ ਦੂਸਰੇ ਦੇ ਉੱਪਰ ਇਦਾਂ ਦੇ ਕੰਮ ਇਹ ਕਿੱਥੋਂ ਵਾਜਬ ਹੋ ਜਾਂਦੇ ਨੇ? ਤੁਸੀਂ ਸਿੱਧਾ ਆ ਕੇ ਕਹੋ ਜੀ ਦੇਖੋ ਆਹ ਕਾਰਨ ਹੈ, ਇਹਦਾ ਆਹ ਜਵਾਬ ਹੈ ਸਾਡੇ ਕੋਲ ਤੇ ਇਸ ਕਰਕੇ ਸਾਰਾ ਕੁਝ ਹੋਇਆ, ਗੱਲ ਉੱਥੇ ਹੀ ਖਤਮ। ਕੱਲਾ ਤੁਸੀਂ ਇਸ ਤਰੀਕੇ ਦੇ ਨਾਲ ਕਿੰਨੀ ਕੁ ਦੇਰ ਤੱਕ ਲੋਕਾਂ ਦੀ ਆਵਾਜ਼ ਦਬਾ ਲਓਗੇ? ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ ਬੰਦੇ ਗਾਂ ਤੋਂ ਗਾਂ ਪਏ ਆ ਜੀ, ਬੀਬੀਆਂ ਵੀ ਗਾਂ ਤੋਂ ਗਾਂ ਪਈਆਂ ਨਵੇਂ ਤਜਰਬੇ ਕਰਨ ਦੇ ਵਿੱਚ। ਕਈ ਵਾਰੀ ਤਾਂ ਇਹੋ ਜਿਹੀ ਖਬਰ ਆਉਂਦੀ ਵੀ ਉਹਦੇ ਤੇ ਹਾਸਾ ਆਉਂਦਾ ਵੀ ਹੈ ਐਦਾਂ ਵੀ ਹੋ ਜਾਂਦਾ। ਆ ਚਿਲੀ ਦੇ ਵਿੱਚ ਸੈਂਟੀਆਗੋ ਸ਼ਹਿਰ ਹੈ ਇੱਕ ਜੀ, ਉੱਥੋਂ ਦੀ ਬੀਬੀ ਦਾ ਨਾਮ ਹੈਗਾ ਮਾਰੀਆ। 59 ਸਾਲ ਦੀ, ਇੱਕ ਘੱਟ 60 ਵਰਿਆਂ ਦੀ। ਅੱਛਾ ਜੀ। ਉਹਨੇ ਸੋਚਿਆ ਵੀ ਜੇ ਮੰਨ ਲਓ ਮੈਂ ਅੱਜ ਮਰ ਜਾ ਤਾਂ ਮੇਰੇ ਸੰਸਕਾਰ ਦੇ ਉੱਤੇ ਆਊਗਾ ਕੌਣ ਕੌਣ, ਮੇਰੇ ਫਿਊਨਰਲ ਦੇ ਉੱਤੇ ਕੌਣ ਕੌਣ ਆਊਗਾ। ਅੱਛਾ ਜੀ। ਉਹਨੇ ਡਰਾਮਾ ਰਚਿਆ ਉਹਦੇ ਟੱਬਰ ਦੇ ਮੈਂਬਰਾਂ ਨਾਲ ਮਿਲ ਕੇ ਵੀ ਮੈਂ ਮਰਦੀ ਆ, ਤੁਸੀਂ ਰਿਸ਼ਤੇਦਾਰਾਂ ਨੂੰ ਦੱਸੋ, ਦੋਸਤਾਂ ਮਿੱਤਰਾਂ ਤੱਕ ਇਹ ਜਾਣਕਾਰੀ ਪਹੁੰਚਾਓ, ਆਪਾਂ ਵੇਖਦੇ ਆ ਵੀ ਉਹਦੇ ਵਿੱਚੋਂ ਕਿੰਨੇ ਬੌੜਦੇ ਤੇ ਜਿਹੜੇ ਆਉਂਦੇ ਉਹ ਕਿਹੋ ਜਿਹੀਆਂ ਗੱਲਾਂ ਕਰਦੇ ਆ। ਹਾਂਜੀ। ਅੱਛਾ ਜੀ। ਉਹਨੇ ਇੱਕ ਤਾਬੂਤ ਲਿਆ, ਮਹਿੰਗਾ ਵਧੀਆ ਤਾਬੂਤ, ਜਿਹਦੇ ਵਿੱਚ ਉਹ ਪੈ ਕੇ ਤੇ ਉਹਦੀ ਅੰਤਮ ਯਾਤਰਾ ਹੁੰਦੀ ਆ। ਲਓ ਜੀ, ਨੱਕ ਦੇ ਵਿੱਚ ਉਵੇਂ ਰੂੰ ਵੀ ਪਾਈ ਉਹਨੇ, ਆ ਜਿਹੜਾ ਕਰਾਊਨ ਹੁੰਦਾ ਉਹ ਵੀ ਉਹਨੇ ਲਾਇਆ ਸਿਰ ਦੇ ਉੱਤੇ, ਸਾਰਾ ਉਹਨੇ ਪ੍ਰਬੰਧ ਕੀਤਾ। ਜਿਹੜੇ ਟੱਬਰ ਦੇ ਜੀ ਆ ਉਹਨਾਂ ਨੇ ਲਾ ਕੇ ਇੱਥੇ ਬਨੌਟੀ ਹੰਝੂ ਗਲੈਸਰੀਨ ਜੀ, ਉਹ ਅਥਰੂ ਵੀ ਕੱਢੇ ਵੀ ਜਿਹੜਾ ਵੀ ਆਵੇ ਉਹਨੂੰ ਪਤਾ ਹੀ ਨਾ ਲੱਗੇ ਵੀ ਭਾਈ ਇਹ ਸੱਚੀ ਗੱਲ ਹੈ ਜਾਂ ਅਸੀਂ ਕੋਈ ਡਰਾਮਾ ਰਚਿਆ। ਲਓ ਜੀ, 3 ਘੰਟੇ ਤੱਕ ਇਹ ਡਰਾਮਾ ਚੱਲਿਆ। ਕੁਝ ਕੁ ਆ ਗਏ, ਕੁਝ ਕੁ ਨਹੀਂ ਆਏ। ਫਿਰ ਉਹਦਾ ਪਤਾ ਲੱਗਾ ਵੀ ਭਾਈ ਇਹ ਤਾਂ ਡਰਾਮੇ ਕਰਦੀ ਹੈ, ਇਹ ਤਾਂ ਪਖੰਡ ਕਰਦੀ ਹੈ। ਉੱਠ ਕੇ ਬਹਿ ਗਈ ਤਬੂਤ ਦੇ ਵਿੱਚੋਂ ਹੀ, ਨਾਸਾਂ ਚੋਂ ਕੱਢੀ ਰੂੰ, ਕਹਿੰਦੀ ਮੈਂ ਠੀਕ ਆ, ਬਸ ਮੈਂ ਪਰਖ ਹੀ ਕਰਨੀ ਸੀ, ਮੈਂ ਪਤਾ ਹੀ ਲਾਉਣਾ ਸੀ ਵੀ ਤੁਹਾਡੇ ਵਿੱਚੋਂ ਕਿੰਨੇ ਕੁ ਸਾਡੇ ਅਸਲ ਹਮਦਰਦ ਆ। ਆਹ ਕਿਹੜੀ ਗੱਲ ਹੋਈ ਪਤਾ ਲਾਉਣ ਵਾਲੀ? ਬਸ ਫਿਰ ਐਂ ਮਾਰੀਆ ਐਂ। ਜੇ ਹਮਦਰਦ ਚੈੱਕ ਕਰਨੇ ਆ, ਜੇ ਹਮਦਰਦ ਵੇਖਣੇ ਕਿੰਨੇ ਕਾ, ਤੁਸੀਂ ਕਿਸੇ ਤੋਂ ਉਧਾਰੇ ਪੈਸੇ ਮੰਗ ਲਓ, ਨਾਲ ਹੀ ਪਤਾ ਲੱਗ ਜਾਂਦਾ ਤੁਹਾਡੇ ਕਿੰਨੇ
ਹਮਦਰਦ ਉਹ ਤਾਂ ਰਿਸ਼ਤਾ ਖਰਾਬ ਕਰਨ ਵਾਲੀ ਗੱਲ ਆ ਹੈ ਨਾ। ਵੈਸੇ ਵੀ ਟੈਣਾ ਸਾਹਿਬ ਇਹ ਕਿਹੜਾ ਤਰੀਕਾ, ਹੁਣ ਕੱਲ ਨੂੰ ਖੁਦਾ ਨਾ ਖਾਸਾ ਜਾਣਾ ਇਸ ਦੁਨੀਆ ਤੋਂ ਹਰੇਕ ਨਹੀਂ ਹੈ, ਤੇ ਜਦੋਂ ਕਿਤੇ ਸੱਚੀ ਇਹੋ ਜਿਹਾ ਕੋਈ ਭਾਣਾ ਵਾਪਰ ਗਿਆ ਤਾਂ ਫਿਰ ਜੇ ਕੋਈ ਵੀ ਨਾ ਆਇਆ ਫਿਰ ਉਹ ਆਜੜੀ ਵਾਲੀ ਗੱਲ ਨਾ ਹੋਵੇ ਵੀ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ, ਤੇ ਜਿਸ ਦਿਨ ਸੱਚੀ ਆਇਆ ਉਸ ਦਿਨ ਬੌੜਿਆ ਕੋਈ ਨਹੀਂਗਾ ਵੀ ਇਹਨੇ ਤਾਂ ਡਰਾਮਾ ਕਰਨਾ ਹੀ ਹੁੰਦਾ। ਕੱਲ ਨੂੰ ਜੇ ਤੂੰ ਸੱਚੀ ਮੁੱਚੀ ਚੜਾਈ ਕਰ ਗਈ ਤੇ ਲੋਕਾਂ ਨੇ ਕਹਿਣਾ ਵੀ ਨਾਸਾ ਚ ਰੂ ਤੈਨੂੰ ਤੰਨਣ ਦੀ ਆਰਤੀ ਹੈ, ਫਿਰ ਆਪਾਂ ਕਰਨਾ ਆ ਕੇ। ਹਾਂ, ਨਾਲੇ ਇਹ ਕੋਈ ਪਰਖਣ ਵਾਲੀ ਚੀਜ਼ ਹੈ, ਇਹ ਜਾਣ ਕੇ ਆਪਾਂ ਕੀ ਹਾਸਲ ਕਰ ਲਵਾਂਗੇ ਵੀ ਕਿੰਨੇ ਕੁ ਮੇਰੇ ਹਮਦਰਦ ਆ। ਜੇ ਤੁਸੀਂ ਜਿਹੜੇ ਆਏ ਤੁਸੀਂ ਇਹ 100% ਦੀ ਕਿਵੇਂ ਕਹਿ ਸਕਦੇ ਹੋ ਵੀ ਉਹ ਵੀ ਸਾਰੇ ਹਮਦਰਦੀ ਸੀ। ਤੇ ਟੱਬਰ ਦੇ ਜੀ ਪਤਾ ਕੀ ਕਹਿੰਦੇ ਵੀ ਅਸੀਂ ਇਹਦੀ ਗੱਲ ਹਰ ਮੰਨਦੇ ਕਿਉਂਕਿ ਸਿਆਣੀ ਬਹੁਤ ਆ, ਜੇਕਰ ਉਹ ਸਿਆਣੀ ਹੈ ਤੇ ਫਿਰ ਟੱਬਰ ਕਿਹੋ ਜਿਹਾ ਹੋਊਗਾ ਇਹ ਹਿਸਾਬ ਲਾ ਲਓ। ਉਹ ਇਹ ਤਾਂ ਝਟਕਾ ਹੀ ਸੀ। ਹਾਂ, ਕਹਿੰਦੇ ਇਹਦੇ ਇਸ਼ਾਰੇ ਤੇ ਘਰ ਚੱਲਦਾ। ਔਖਾ ਟਾਣਾ ਸਾਹਿਬ, ਜੇ ਕਿਤੇ ਪੰਜਾਬ 'ਚ ਹੁੰਦੀ ਨਾ ਤੇ ਉਹੀ ਲੋਕਾਂ ਨੇ ਭੂਤ ਚੜੇਲਾਂ ਵਾਲੀ ਗੱਲ ਪਾ ਦੇਣੀ ਸੀ ਉਹਦੀ, ਹਨਾ। ਉਹ ਟੱਬਰ ਹੀ ਫਿਰ ਚੜੇਲਾਂ ਵਾਲਾ ਵੱਜਣ ਲੱਗ ਜਾਣਾ ਸੀ, ਉੱਠ ਕੇ ਬਹਿ ਗਈ ਹਨਾ। ਲੋਕਾਂ ਨੇ ਐਸੇ ਹੀ ਤਰ੍ਹਾਂ ਨਿਕਲ ਜਾਣਾ ਸੀ, ਸਾਰਿਆਂ ਨੇ ਉੱਠ ਵੈਸੇ ਭੱਜ ਜਾਣਾ ਸੀ। ਜੇ ਕਿਤੇ ਕਿਸੇ ਨੇ ਮੰਨਣਾ ਥੋੜੀ ਸੀ ਵੀ ਉਹਨੇ ਡਰਾਮਾ ਰਚਿਆ। ਸਾਰੀ ਉਮਰ ਦਾ ਨਾ ਚੜੇ ਮਾਰੀਆ ਮਰ ਜਾਣੀ। ਸਹੀ ਗੱਲ ਹੈ, ਇਹੋ ਜੀ ਪਰਖ ਕਦੇ ਨਹੀਂ ਕਰਨੀ ਚਾਹੀਦੀ। ਜਦੋਂ ਕੋਈ ਵੀ ਬੰਦਾ ਦੁੱਖ ਦੇ ਵੇਲੇ ਵਿੱਚ, ਕਿਤੇ ਲੋੜ ਦੇ ਵੇਲੇ ਦੇ ਵਿੱਚ, ਕਿਤੇ ਵੈਸੇ ਤੁਹਾਡੇ ਨਾਲ ਖੜ ਜਾਵੇ ਆ ਕੇ, ਤਾਂ ਤੁਹਾਡਾ ਹਮਦਰਦੀ ਹੁੰਦਾ। ਇਹੋ ਜਿਹੀਆਂ ਚੀਜ਼ਾਂ ਕਰਨ ਦੇ ਨਾਲ ਕੋਈ ਹਮਦਰਦੀ ਨਹੀਂ ਮਿਲਦੀ। ਤੇ ਇੱਕ ਜਾਂਦੇ ਜਾਂਦੇ ਹੋਰ ਦੱਸ ਦਿਆਂ, ਬੀਜੇਪੀ ਦੀ ਚਣਕਿਆ ਬਹੁਤ ਵੱਡੀ ਖੋਜੀ, ਵਿਦਵਾਨ, ਬਾਕਮਾਲ ਸ਼ਖਸੀਅਤ ਦੀ ਮਾਲਕ, ਬਸ ਇਹ ਜਿਹਦੇ ਬਿਨਾਂ ਸਰਦਾ ਹੀ ਨਹੀਂ, ਜਿਹਦੀ ਹਰ ਗੱਲ ਦੇ ਉੱਤੇ ਕਮਾਲਾਂ ਛਿੜ ਪੈਂਦੀਆਂ, ਕੰਗਣਾ ਰਣੌਤ, ਉਹਨੇ ਇੱਕ ਨਵੀਂ ਛੁਰਲੀ ਛੱਡਤੀ ਆ। ਕੀ ਕਹਿੰਦੇ ਆ? ਕਹਿੰਦੀ ਜੀ ਜਿਹੜੀਆਂ ਇਹ ਗੰਗਾ ਨਦੀ ਵਿੱਚ ਲਾਸ਼ਾਂ ਫਿਰਦੀਆਂ ਨਾ, ਇਹ ਭਾਰਤ ਗੰਗਾ ਥੋੜੀ ਆ, ਇਹ ਤਾਂ ਨਾਈਜੀਰੀਆ ਵਾਲਿਆਂ ਦੀਆਂ। ਤੇ ਲਾਲੂ ਪ੍ਰਸਾਦ ਯਾਦਵ ਦੀ ਕੁੜੀ ਹੈਗੀ ਆ ਰੋਹਿਣੀ ਅਚਾਰੀਆ, ਉਹਨੇ ਇਹ ਗੱਲ ਕਹੀ ਆ ਵੀ ਜਿਹੜਾ ਅਕਲੋਂ ਅੰਨਾ ਹੋਵੇ ਤੇ ਦਿਮਾਗੋਂ ਪੈਦਲ ਹੋਵੇ ਉਹ ਕੁਝ ਵੀ ਕਹਿ ਸਕਦਾ। ਇਹ ਗੱਲ ਸਹੀ ਕਹੀ ਆ ਉਹਨਾਂ ਨੇ, ਪਰ ਗੱਲ ਇਹ ਹੈ ਕਿ ਇਹ ਆਪ ਨਾਈਜੀਰੀਆ ਗਈ ਸੀ, ਉੱਥੇ ਪੁੱਛ ਕੇ ਆਈ ਸੀ ਪਿੰਡਾਂ ਦੇ ਵਿੱਚ ਜਾ ਕੇ, ਤੇ ਕਿ ਨਾਈਜੀਰੀਆ ਵਾਲੇ ਆਪ ਇਹਦੇ ਕੋਲ ਆਏ। ਜਿਸ ਦਿਨ ਦਾ ਟਵਿੱਟਰ ਖਾਤਾ ਬੰਦ ਹੋਇਆ ਨਾ, ਉਸ ਦਿਨ ਤੋਂ ਫੋਟੋਆਂ ਐਂ ਹੀ ਆਉਂਦੀਆਂ, ਐਂ ਬੈਠੀ ਦੀਆਂ, ਤੇ ਜਿਹੜੀਆਂ ਅੱਖਾਂ ਬੰਦ ਹੋਣ ਉਹ ਕੁਝ ਵੀ ਕਹਿ ਸਕਦਾ। ਹੌਕਾ ਵੀ ਕੋਈ ਚੀਜ਼ ਹੁੰਦੀ ਹੈ, ਤਰਾ ਵੀ ਨਿਕਲਦਾ ਹੁੰਦਾ ਬੰਦੇ ਦਾ। ਇੰਸਟਾਗ੍ਰਾਮ ਠੀਕ ਰਵੇ, ਇਹਨੂੰ ਕੁਝ ਹੋ ਜਾਣਾ। ਗੱਲ ਸਹੀ ਹੈ, ਪਰ ਕੋਈ ਨਹੀਂ ਹੋਣ ਨਹੀਂ ਦਿੰਦੇ। ਉਦੋਂ ਪਹਿਲਾਂ ਕੋਈ ਨਾ ਕੋਈ ਮੈਂਬਰੀ, ਕੋਈ ਨਾ ਕੋਈ ਗੱਡੀ, ਕੋਈ ਨਾ ਕੋਈ ਹੋਰ ਉਹਨੇ ਬਹੁਤ ਕਮਾਲ ਦੀ ਗੱਲ ਕਹੀ ਆ ਲਾਲੂ ਦੀ ਕੁੜੀ ਨੇ ਇੱਕ ਹੋਰ, ਕਹਿੰਦੇ ਦੇਖੋ ਜੀ ਇਹਦਾ ਆਪੇ ਬਣਾਇਆ ਫਕੀਰ ਆ ਨਾ ਜਿਹੜਾ, ਉਹਦੇ ਨੇੜੇ ਜਾਣ ਦੇ ਲਈ ਤੇ ਰਾਜ ਸਭਾ ਦੀ ਮੈਂਬਰੀ ਲੈਣ ਦੇ ਲਈ ਕੁਝ ਵੀ ਕਹਿੰਦੀ ਆ। ਤੇ ਮੈਂ ਕਿਹਾ ਟਵਿੱਟਰ ਚੱਲਦਾ ਨਹੀਂ, ਤਾਂ ਨੇਰੀ ਲਿਆ ਲੜੀ ਸੀ। ਬਿਲਕੁਲ, ਪਰ ਲੋਕ ਇਸ ਵੇਲੇ ਉਹਦੀ ਨੇਰੀ ਲਿਆਉਣ ਨੂੰ ਫਿਰਦੇ ਆ। ਕੋਈ ਗੱਲ ਨਹੀਂ, ਇਹ ਬੀਬੀ ਕਿਤੇ ਸਾਰਿਆਂ ਦੇ ਸਾਹਮਣੇ ਆ ਕੇ, ਸਾਰਿਆਂ ਦੇ ਵਿੱਚ ਆ ਕੇ ਗੱਲਾਂ ਕਰੇ, ਫਿਰ ਪਤਾ ਲੱਗੂ। ਤਰਕ ਦੇ ਨਾਲ ਦੇਖੋ, ਆਪਾਂ ਕਿਹੜਾ ਲੜਨਾ, ਤਰਕ ਦੇ ਨਾਲ। ਇਹ ਕਵੇ ਜੀ ਦੇਖੋ ਤੁਸੀਂ ਐਂ ਆ ਤੇ ਮੈਂ ਐਂ ਆ, ਤੇ ਫਿਰ ਲੋਕ ਦੱਸਣਗੇ ਵੀ ਤਰਕ ਕਿਵੇਂ ਹੁੰਦਾ। ਬਿਲਕੁਲ ਸਹੀ ਗੱਲ ਹੈ, ਬਹੁਤਾ ਆਹ ਸੋਸ਼ਲ ਮੀਡੀਆ ਤੇ ਉਂਗਲਾਂ ਘੁਮਾਉਣ ਦੀ ਲੋੜ ਹੀ ਨਹੀਂ ਹੈਗੀ। ਬਾਕੀ ਫਿਲਹਾਲ ਹੁਣ ਆਪਾਂ ਚੱਲੀਏ, ਜਾਣਦਾ ਹੋ ਗਿਆ ਜੀ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ, ਫਿਰ ਮੁਲਾਕਾਤਾਂ ਹੋਣਗੀਆਂ। ਤਦ ਤੱਕ ਦੇ ਲਈ ਸਾਨੂੰ ਦੋਵਾਂ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।